ਕੈਨੇਡਾ 'ਚ ਆ ਕੇ ਸਮੱਸਿਆਵਾਂ ਕਿਹੜੀਆਂ ਸਾਹਮਣਾ ਕਰਨਾ ਪੈਂਦੀਆਂ ਨੇ, ਉਹਨਾਂ ਦਾ ਹੱਲ ਕਿੱਦਾਂ ਕੀਤਾ ਜਾ ਸਕਦਾ ਕਿ ਸਾਨੂੰ ਕੰਮ ਨਹੀਂ ਲੱਭਦਾ ਪਿਆ, ਅਸੀਂ ਆਏ ਆ, ਅਸੀਂ ਫੀਸਾਂ ਕਿੱਦਾਂ ਤਾਰੀਏ। ਤੇ ਕੰਮ ਲੱਭਣ ਲਈ ਉਹ ਇੱਕ ਚੀਜ਼ ਮੈਂ ਕਹੂੰਗੀ, ਉਹ ਐਫਰਟਸ ਨਹੀਂ ਪਾਉਂਦੇ। ਉਹ ਚਾਹੁੰਦੇ ਕਿ ਸਾਨੂੰ ਬੈਠੇ ਬਿਠਾਏ ਸਾਨੂੰ ਕੋਈ ਕੰਮ ਦੇ ਦੇਵੇ। ਕਿ ਅੰਤਰਰਾਸ਼ਟਰੀ ਬੱਚੇ ਜਦੋਂ ਕੰਮ ਕਾਰ ਲੱਭਣ ਜਾਣ ਜਾਂ ਕਿਤੇ ਅੱਜ ਕੱਲ੍ਹ ਬਹੁਤ ਵੱਡੀ ਸਮੱਸਿਆ, ਫੋਨ ਕਈ ਵਾਰੀ ਕਿਸੇ ਹੋਰ ਪਾਸਿਓਂ ਵੀ ਆਉਣਗੇ ਵੀ ਕੰਮ ਦਾ ਦੱਸ ਦਿਓ, ਕੀ ਕੋਈ ਐਸਾ ਪਲੇਟਫਾਰਮ ਹੈ ਜਿੱਥੇ ਜਾ ਕੇ ਕੰਮ ਪ੍ਰਤੀ ਪਤਾ ਕੀਤਾ ਜਾ ਸਕਦਾ ਜਾਂ ਜਿੱਥੇ ਜਾ ਕੇ ਲੱਭਿਆ ਜਾ ਸਕਦਾ ਵੀ ਇੱਥੋਂ ਕੰਮ ਮਿਲਦਾ ਹੋਏ? ਜਦੋਂ ਵਿਦਿਆਰਥੀ ਆਉਂਦੇ ਨੇ ਕਾਲਜ 'ਚ ਜਾ ਕੇ ਆਪਣਾ ਖਾਤਾ ਖੁਲਾਉਂਦੇ ਨੇ ਤਾਂ ਉਹਨਾਂ ਨੂੰ GIC ਦੇ ਵਿੱਚ ਪਹਿਲਾਂ $2000 ਆ ਜਿਹੜਾ ਉਹ ਇਕੱਠਾ ਮਿਲ ਜਾਂਦਾ। ਜਿਹੜਾ ਵਿਦਿਆਰਥੀ ਉਹ $2000 ਸਾਂਭ ਗਿਆ, ਉਹਦੀ ਉੱਥੇ ਫਾਈਨੈਂਸ਼ੀਅਲ ਜਿਹੜੀ ਲਾਈਫ ਆ ਉਹ ਸਟੇਬਲ ਤੇ ਬੈਟਰ ਹੋਣੀ ਸ਼ੁਰੂ ਹੋ ਜਾਣੀ ਆ। ਸੋ ਅੱਜ ਕੱਲ੍ਹ ਇੱਕ ਇਹ ਹੋਇਆ ਕਿ ਸਟੂਡੈਂਟਸ ਡਿਪੈਂਡੈਂਟ ਬਹੁਤ ਹੋਣ ਡਏ ਆ। ਉਹ ਆਪਣੇ ਏਜੰਟਸ 'ਤੇ ਡਿਪੈਂਡ ਆ। ਹਰ ਚੀਜ਼ ਲਈ ਉਹ ਏਜੰਟਸ ਕੋਲ ਜਾ ਕੇ ਪੁੱਛਦੇ ਸਾਨੂੰ ਕੋਰਸ ਤੁਸੀਂ ਦਿਵਾਓ। ਕਈ ਵਾਰੀ ਏਜੰਟਸ ਦੱਸਦੇ ਹੀ ਨਹੀਂ ਹੈਗੇ ਕਿ ਉਸ ਕੋਰਸ ਵਿੱਚ ਤੁਹਾਨੂੰ ਸਕੋਲਰਸ਼ਿਪ ਵੀ ਮਿਲ ਸਕਦੀ ਆ, ਜਿਹਦੇ ਕਰਕੇ ਇੱਕ ਸਟੂਡੈਂਟ ਜਿਹਦੇ ਗ੍ਰੇਡਸ ਵਧੀਆ ਆ ਉਹ ਸਕੋਲਰਸ਼ਿਪ ਹੀ ਨਹੀਂ ਲੈ ਪਾਉਂਦਾ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਤੁਹਾਡਾ ਸਾਰਿਆਂ ਦਾ ਹੀ ਪ੍ਰਾਈਮ ਮਿਨਿਸਟਰ TV ਦੇ ਉੱਤੇ। ਮੈਂ ਜੋਗਰਾਜ ਸਿੰਘ ਕਾਲੋਂ। ਅੱਜ ਅਸੀਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਬਦੌਲਤ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ ਹੀ ਗੱਲਬਾਤ ਕਰਨੀ ਆ ਕਿ ਕੈਨੇਡਾ 'ਚ ਆ ਕੇ ਸਮੱਸਿਆਵਾਂ ਕਿਹੜੀਆਂ ਸਾਹਮਣਾ ਕਰਨਾ ਪੈਂਦੀਆਂ ਨੇ, ਉਹਨਾਂ ਦਾ ਹੱਲ ਕਿੱਦਾਂ ਕੀਤਾ ਜਾ ਸਕਦਾ, ਕਿਹੜੀਆਂ ਤੰਗੀਆਂ ਪਰੇਸ਼ਾਨੀਆਂ 'ਚੋਂ ਲੰਘ ਕੇ ਅਸੀਂ ਦੂਜਿਆਂ ਲਈ ਇੱਕ ਐਗਜ਼ਾਮਪਲ ਸਾਬਤ ਹੋ ਸਕਦੇ ਹਾਂ ਤੇ ਤਾਂ ਕਿ ਦੂਜਿਆਂ ਨੂੰ ਉਹ ਤੰਗੀਆਂ ਪਰੇਸ਼ਾਨੀਆਂ 'ਚੋਂ ਨਾ ਲੰਘਣਾ ਪਵੇ। ਰੀਸੈਂਟਲੀ ਕੈਨੇਡਾ ਸਰਕਾਰ ਵੱਲੋਂ 20 ਘੰਟੇ ਪਰ ਵੀਕ ਕੰਮ ਕਰਨ ਵਾਲੀ ਜਿਹੜੀ ਕੰਡੀਸ਼ਨ ਸੀਗੀ ਉਹ ਵੀ ਚੁੱਕੀ ਗਈ। ਉਸ ਤੋਂ ਬਾਅਦ ਹੁਣ ਹਾਲਾਤ ਕੀ ਬਦਲੇ। ਸੋ ਹੋਰ ਪ੍ਰਾਈਵੇਟ ਕਾਲਜਾਂ ਦੇ ਰਿਗਾਰਡਿੰਗ ਤੰਗੀਆਂ ਕਿਹੜੀਆਂ ਹੁੰਦੀਆਂ ਨੇ ਕੈਨੇਡਾ 'ਚ ਆ ਕੇ, ਕਈ ਵਾਰੀ ਬਹੁਤਿਆਂ ਬੱਚਿਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਬਈ ਕਾਲਜ ਕਿੱਥੋਂ ਚੂਜ਼ ਕਰੀਏ, ਕੋਰਸ ਕਿਹੜੇ ਲੈਣੇ, ਉਹਦੇ ਵਾਸਤੇ ਕਿਹਦੀ ਦੀ ਮਦਦ ਲਈ ਜਾਏ। ਸੋ ਹੋਰ ਜਿਹੜੀਆਂ ਸਾਰੀਆਂ ਦਿੱਕਤਾਂ ਨੇ ਉਹਦੇ ਵਾਸਤੇ ਸਾਡੇ ਨਾਲ ਅੱਜ 3 ਅੰਤਰਰਾਸ਼ਟਰੀ ਵਿਦਿਆਰਥੀ ਜੋ ਇਸ ਦੌਰ ਦੇ ਵਿੱਚੋਂ ਨਿਕਲ ਚੁੱਕੇ ਨੇ ਤੇ ਅੱਜ ਆਪਣੇ ਹੋਰ ਅੱਗੇ ਕੰਮਕਾਰ ਕਰਦੇ ਪਏ ਨੇ। ਕਿਸੇ ਨੇ ਰੀਸੈਂਟਲੀ ਸਟੱਡੀ ਕੰਪਲੀਟ ਕੀਤੀ ਹੈ, ਕੋਈ ਹੁਣ ਕੰਮਕਾਰ ਕਰਦਾ ਪਿਆ। ਸਤਿ ਸ਼੍ਰੀ ਅਕਾਲ, ਤੁਹਾਡਾ ਸਾਰਿਆਂ ਦਾ ਸਵਾਗਤ। ਪਹਿਲਾਂ ਤਾਂ ਤੁਸੀਂ ਆਪਣੇ ਬਾਰੇ, ਆਪਣਾ ਨਾਮ, ਤੁਸੀਂ ਕਿਹੜੇ ਸਾਲ ਇੱਥੇ ਆਏ ਸੀ ਤੇ ਨਾਲ ਤੁਹਾਡਾ ਕਾਲਜ ਕਿੱਥੋਂ ਤੁਸੀਂ ਸਟੱਡੀ ਪੂਰੀ ਕੀਤੀ? ਜੀ, ਮੇਰਾ ਨਾਮ ਜਸ਼ਨਦੀਪ ਸਿੰਘ ਬਰਾੜ ਤੇ ਮੈਂ ਸਪਟੰਬਰ 2016 ਦੇ ਵਿੱਚ ਕੈਨੇਡਾ ਆਇਆ ਤੇ ਮੈਂ ਲੰਗਾਰਾ ਕਾਲਜ ਵੈਨਕੂਵਰ ਤੋਂ ਆਪਣੀ ਜਿਹੜੀ ਪੜ੍ਹਾਈ ਉਹ ਪੂਰੀ ਕੀਤੀ ਹੈ। ਜੀ ਬਿਲਕੁਲ, ਤੁਸੀਂ ਵੀ ਦੱਸਿਓ ਜੀ। ਮੇਰਾ ਨਾਮ ਮਨਜੋਤ ਕੌਰ ਤੇ ਮੈਂ 2020 ਵਿੱਚ ਕੈਨੇਡਾ ਆਈ ਤੇ ਮੈਂ ਆਪਣੀ ਪੜ੍ਹਾਈ ਯੂਨੀਵਰਸਿਟੀ ਕੈਨੇਡਾ ਵੈਸਟ 'ਚ ਪੂਰੀ ਕੀਤੀ ਆ। ਜੀ ਤੁਸੀਂ ਮੈਂ ਗੁਰਵੀਰ ਸਿੰਘ ਜੀ, ਮੈਂ 2016 ਵਿੱਚ ਕੈਨੇਡਾ ਆਇਆ ਸੀਗਾ ਲੰਗਾਰਾ ਕਾਲਜ ਤੇ 2019 'ਚ ਮੇਰੀ ਪੜ੍ਹਾਈ ਕੰਪਲੀਟ ਹੋਈ ਸੀ। ਸੋ ਬੇਸਿਕਲੀ ਸਾਰਿਆਂ ਨੂੰ ਸਮਾਂ ਹੁਣ ਥੋੜਾ ਕੈਨੇਡਾ ਦੇ ਵਿੱਚ ਹੋ ਗਿਆ। ਵਰਕ ਪਰਮਿਟ ਦੇ ਉੱਤੇ ਚੱਲਦੇ ਪਏ ਨੇ ਜਾਂ ਕੋਈ ਭਾਈ ਸਾਹਿਬ ਉਹਨਾਂ ਦੇ ਨਾਲ PR ਵੀ ਹੋ ਗਏ ਨੇ, ਪਰ ਅਜੇ ਵੀ ਜਿਹੜੀਆਂ ਨੇ ਜ਼ਿੰਦਗੀ ਦੀਆਂ ਸਟਰਗਲਸ ਨੇ ਉਹਨਾਂ ਦੇ ਵਿੱਚੋਂ ਕਿਵੇਂ ਨਿਕਲਣਾ ਹੈ, ਉਹ ਸਾਰੇ ਕੁਝ ਬਾਰੇ ਨਵਿਆਂ ਬੱਚਿਆਂ ਨੂੰ ਕਿੱਦਾਂ ਸੇਧ ਮਿਲ ਸਕਦੀ, ਅਸੀਂ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਮਨਜੋਤ, ਮੈਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਜਾਣਨਾ ਚਾਹੂੰਗਾ, ਬੱਚੇ ਜਦੋਂ ਕੈਨੇਡਾ ਆਉਂਦੇ ਨੇ, ਕਿਉਂਕਿ ਤੁਸੀਂ ਹੁਣ ਇਸ ਵਕਤ ਕਾਲਜ ਦੇ ਨਾਲ ਹੀ ਕੰਮਕਾਰ ਕਰਦੇ ਪਏ ਹੋ, ਸੋ ਤੁਹਾਡੇ ਕੋਲ ਉੱਥੇ ਵੀ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਨੇ ਰੋਜ਼ ਆਉਂਦੇ ਨੇ, ਦਿੱਕਤਾਂ ਪਰੇਸ਼ਾਨੀਆਂ ਨਾਲ ਤੁਸੀਂ ਉਹਨਾਂ ਨਾਲ ਡੀਲ ਕਰਦੇ ਹੋ। ਇਹ ਕਿਵੇਂ ਦੀਆਂ ਚੀਜ਼ਾਂ ਨੇ ਜਿਹੜੀਆਂ ਅੱਜ ਕੱਲ੍ਹ ਬੱਚਿਆਂ ਨੂੰ ਫੇਸ ਜ਼ਿਆਦਾ ਕਰ ਰਹੇ ਨੇ? ਬੱਚਿਆਂ ਦੇ ਕਿੱਦਾਂ ਦੇ ਸਵਾਲ ਕੰਸਰਨ ਹੁੰਦੇ ਨੇ ਅੱਜ ਕੱਲ੍ਹ? ਹਾਂਜੀ, ਸੋ ਸਭ ਤੋਂ ਪਹਿਲਾ ਕੰਸਰਨ ਉਹਨਾਂ ਦਾ ਇਹ ਹੁੰਦਾ ਹੈ ਕਿ ਕੰਮ ਲੱਭਣ ਦਾ ਇੱਥੇ, ਕਿ ਸਾਨੂੰ ਕੰਮ ਨਹੀਂ ਲੱਭਦਾ ਪਿਆ, ਅਸੀਂ ਆਏ ਆ, ਅਸੀਂ ਫੀਸਾਂ ਕਿੱਦਾਂ ਤਾਰੀਏ। ਤੇ ਕੰਮ ਲੱਭਣ ਲਈ ਉਹ ਇੱਕ ਚੀਜ਼ ਮੈਂ ਕਹੂੰਗੀ, ਉਹ ਐਫਰਟਸ ਨਹੀਂ ਪਾਉਂਦੇ। ਉਹ ਚਾਹੁੰਦੇ ਕਿ ਸਾਨੂੰ ਬੈਠੇ ਬਿਠਾਏ ਸਾਨੂੰ ਕੋਈ ਕੰਮ ਦੇ ਦੇਵੇ, ਬਟ ਸਾਨੂੰ ਉਹਦੇ ਵਾਸਤੇ ਕੀ ਕਰਨਾ ਪੈਂਦਾ, ਲਿੰਕਸ ਬਣਾਉਣੇ ਪੈਂਦੇ ਆ ਤੇ ਦੇਖਣਾ ਪੈਂਦਾ ਕਿ ਕਿੱਥੇ ਜੌਬ ਓਪਰਚੁਨਿਟੀਜ਼ ਆ, ਉਹਦੇ ਹਿਸਾਬ ਨਾਲ ਆਪਣਾ ਰੈਜ਼ੂਮੇ ਰੈਡੀ ਕਰਨਾ ਪੈਂਦਾ ਆ, ਜੋ ਕਿ ਉਹ ਐਫਰਟਸ ਨਹੀਂ ਪਾਉਂਦੇ ਹੈਗੇ, ਤਾਂ ਕਰਕੇ ਉਹਨਾਂ ਨੂੰ ਕੰਮ ਨਹੀਂ ਮਿਲਦਾ। ਤੇ ਸੈਕਿੰਡ ਉਹਨਾਂ ਨੂੰ ਇਹ ਆਉਂਦੀ ਆ ਪਰੇਸ਼ਾਨੀ। ਮੈਂ ਇੱਕ ਮਿੰਟ ਮਾਫ ਕਰਨਾ ਤੁਹਾਨੂੰ ਰੋਕਦਾ। ਐਫਰਟਸ ਕਈ ਵਾਰੀ ਕੀ ਹੁੰਦਾ ਆ, ਅਸੀਂ ਮਾਹੌਲ 'ਚ ਨਵੇਂ ਹੁੰਦੇ ਆ, ਅਸੀਂ ਘਰ ਦੇ ਛੱਡ ਕੇ ਆਏ ਹੁੰਦੇ ਆ, ਐਫਰਟਸ ਪਾਉਣ ਵਾਲਾ ਧਿਆਨ ਹੀ ਬੱਚਿਆਂ ਦਾ ਨਹੀਂ ਜਾਂਦਾ, ਧਿਆਨ ਹੋਰ ਬਹੁਤ ਪਾਸੇ ਡਿਸਟਰੈਕਟ ਹੋਇਆ ਹੁੰਦਾ। ਇਹਦੇ ਵਿੱਚ ਸਿੱਧਾ ਬੱਚਿਆਂ ਦਾ ਦੋਸ਼, ਜੇ ਅਸੀਂ ਕਹਿ ਦਈਏ ਬੱਚੇ ਐਫਰਟ ਨਹੀਂ ਪਾਉਂਦੇ, ਸੋ ਉਹਨੂੰ ਉਹ ਜਿਹੜੀ ਨੌਲੇਜ ਦੀ ਘਾਟ ਆ, ਉਹ ਕਮੀ ਆ, ਉਹ ਕਿੱਦਾਂ ਪੂਰੀ ਕੀਤੀ ਜਾ ਸਕਦੀ ਆ? ਸੋ ਨੌਲੇਜ ਵਾਸਤੇ ਤੁਹਾਨੂੰ ਉਹੀ ਮੈਂ ਕਹਿਣ ਦੀ ਲਿੰਕਸ, ਜਿਹੜੇ ਤੁਸੀਂ ਲਾਈਕ ਇੱਥੇ ਆਲਰੇਡੀ ਟਾਈਮ ਹੋ ਗਿਆ ਹੈ, ਉਹਨਾਂ ਦੇ ਕੋਲੇ ਜਾਣਾ, ਉਹਨਾਂ ਕੋਲੇ ਪੁੱਛਣਾ ਕਿ ਤੁਸੀਂ ਕਿਵੇਂ ਜੌਬਸ ਲਈਆਂ ਸੀਗੀਆਂ, ਤੁਸੀਂ ਕਿਵੇਂ ਆਪਣੇ ਕਨੈਕਸ਼ਨਸ ਬਣਾਏ, ਤੁਸੀਂ ਕਿਵੇਂ ਆਪਣੇ ਰੈਜ਼ੂਮੇ ਬਣਾਇਆ। ਲਾਈਕ ਰੈਜ਼ੂਮੇ ਵਿੱਚ ਸਕੂਲ ਵਿੱਚ ਵੀ ਲਾਈਕ ਤੁਹਾਨੂੰ ਪ੍ਰੋਵਾਈਡ ਕੀਤਾ ਜਾਂਦਾ ਆ ਕਿ ਕਿਵੇਂ ਆਪਣਾ ਰੈਜ਼ੂਮੇ ਰੈਡੀ ਕਰ ਸਕਦੇ। ਤੁਹਾਨੂੰ ਉਹਨੂੰ ਧਿਆਨ ਨਾਲ ਸੁਣਨਾ, ਉਹਨੂੰ ਲਾਈਕ ਫੋਲੋ ਕਰਨਾ। ਇੰਟਰਨੈਟ 'ਤੇ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ, ਤੁਸੀਂ ਇੰਟਰਨੈਟ 'ਤੇ ਜਾਣਾ, ਤੁਸੀਂ ਸਰਚ ਕਰਨਾ ਆ, ਤੁਸੀਂ ਆਪਣੇ ਆਨਲਾਈਨ ਲਾਈਕ ਆਪਣਾ ਰੈਜ਼ੂਮੇ ਬਿਲਡ ਕਰਨਾ ਆ। ਸੋ ਤੁਸੀਂ ਉਹ ਤੁਹਾਡੇ 'ਤੇ ਡਿਪੈਂਡ ਕਰਦਾ ਹੈ ਕਿ ਲਾਈਕ ਤੁਸੀਂ ਕਿਵੇਂ ਲਾਈਕ ਉਹਨੂੰ
ਕਰਦੇ ਆ, ਉਹਨੂੰ ਬਣਾਉਂਦੇ ਆ ਤੇ ਫਿਰ ਤੁਸੀਂ ਉਸ ਨੂੰ ਲਾਈਕ ਅਪਲਾਈ ਸਹੀ ਜਗ੍ਹਾ ਤੇ ਕਿਵੇਂ ਅਪਲਾਈ ਕਰਦੇ ਆ। ਅੱਛਾ ਗੁਰਵੀਰ, ਮੈਂ ਤੁਹਾਡੇ ਵੱਲ ਹੁਣ ਆਉਣਾ ਜੀ। ਤੁਸੀਂ ਜਦੋਂ ਆਏ ਸੀ 16 ਦੇ ਵਿੱਚ, ਅੱਜ ਕੰਡੀਸ਼ਨਸ ਕਾਫੀ ਬਦਲੀਆਂ ਹੋਣਗੀਆਂ। ਉਦੋਂ ਦੇ ਜੇ ਹਾਲਾਤਾਂ ਦੇ ਨਾਲ ਗੱਲ ਕਰੀਏ ਵੀ ਅੰਤਰਰਾਸ਼ਟਰੀ ਬੱਚੇ ਜਦੋਂ ਕੰਮ ਕਾਰ ਲੱਭਣ ਜਾਣ, ਜਾਂ ਕਿਤੇ ਅੱਜ ਕੱਲ੍ਹ ਬਹੁਤ ਵੱਡੀ ਸਮੱਸਿਆ ਫੋਨ ਕਈ ਵਾਰੀ ਕਿਸੇ ਹੋਰ ਪਾਸਿਓਂ ਵੀ ਆਉਣਗੇ ਵੀ ਕੰਮ ਦਾ ਦੱਸ ਦਿਓ, ਕੀ ਕੋਈ ਐਸਾ ਪਲੇਟਫਾਰਮ ਹੈ ਜਿੱਥੇ ਜਾ ਕੇ ਕੰਮ ਪ੍ਰਤੀ ਪਤਾ ਕੀਤਾ ਜਾ ਸਕਦਾ, ਜਾਂ ਜਿੱਥੇ ਜਾ ਕੇ ਲੱਭਿਆ ਜਾ ਸਕਦਾ ਵੀ ਇੱਥੋਂ ਕੰਮ ਮਿਲਦਾ ਹੋਏ? ਅਸੀਂ ਕਈ ਵਾਰ ਇੱਦਾਂ ਸਮਝਦੇ ਹਾਂ ਕਿ ਜਿਹੜਾ ਸਾਨੂੰ ਕੰਮ ਮਿਲੇਗਾ ਕਿ ਸਮਨ ਨੋਨ 'ਚੋਂ ਹੀ ਆਏਗਾ, ਬਟ ਅਸੀਂ ਕਈ ਵਾਰ ਇਹ ਨਹੀਂ ਸਮਝਦੇ ਹੈਗੇ ਕਿ ਗਵਰਨਮੈਂਟ ਵੱਲੋਂ ਵੀ ਕਾਫੀ ਇੱਦਾਂ ਦੇ ਏਜੰਸੀਜ਼ ਉਹਨਾਂ ਨੇ ਤਿਆਰ ਕੀਤੀਆਂ ਹੋਈਆਂ ਜਿਹੜੀ ਬੱਚਿਆਂ ਨੂੰ, ਇਮੀਗ੍ਰੈਂਟਸ ਨੂੰ, ਸਾਰਿਆਂ ਨੂੰ ਹੈਲਪ ਕਰਦੀਆਂ। ਫੋਰ ਐਗਜ਼ਾਮਪਲ ਜੇ ਤੁਸੀਂ ਵਰਕ BC ਜਾਂਦੇ ਆ, ਵਰਕ BC ਦੇ ਆਫਿਸਿਸ ਸਰੀ 'ਚ ਨੇ, ਵੈਨਕੂਵਰ 'ਚ ਨੇ, ਜੇ ਤੁਸੀਂ ਉਹਨਾਂ ਕੋਲ ਜਾਂਦੇ ਆ ਤਾਂ ਤੁਹਾਨੂੰ ਡਿਫਰੈਂਟ ਟਾਈਪ ਦੇ ਜੌਬਸ ਲਈ ਟ੍ਰੇਨ ਵੀ ਕਰਦੇ ਨੇ ਅਤੇ ਤੁਹਾਨੂੰ ਜੌਬਸ ਦਵਾਉਂਦੇ ਵੀ ਨੇ, ਅਤੇ ਉਹ ਟ੍ਰੇਨਿੰਗ ਫ੍ਰੀ ਆਫ ਕਾਸਟ ਹੁੰਦੀ ਆ। ਹੁਣ ਜਿੱਦਾਂ ਇੱਕ ਸੁਸਾਇਟੀ ਹੈਗੀ ਆ 72 ਨਿਊਟਨ ਦੇ ਲਾਗੇ, ਮੋਜ਼ੇਕ ਨਾਮ ਆ ਉਹਦਾ, ਅਤੇ ਮੋਜ਼ੇਕ 'ਚ ਤੁਸੀਂ ਜਾਂਦੇ ਆ, ਉਹ ਤੁਹਾਨੂੰ ਹਰ ਤਰ੍ਹਾਂ ਦੀ ਟ੍ਰੇਨਿੰਗ ਵੀ ਦਿੰਦੇ ਆ, ਅਤੇ ਜੇ ਤੁਹਾਨੂੰ ਗਾਈਡੈਂਸ ਚਾਹੀਦੀ ਆ, ਮੇਡ ਬੀ ਸਮ ਸੋਰਟ ਆਫ ਮੈਂਟਲ ਥਿੰਗ, ਉੱਥੇ ਵੀ ਤੁਹਾਨੂੰ ਹੈਲਪ ਕਰਦੇ ਆ। ਸੋ ਜੌਬਸ ਵੀ ਤੁਹਾਨੂੰ ਇੱਦਾਂ ਦੀ ਸੁਸਾਇਟੀਜ਼ ਪ੍ਰੋਵਾਈਡ ਹੁੰਦੀਆਂ ਇਹੋ ਜਿਹੀ ਸੁਸਾਇਟੀਜ਼ ਤੋਂ, ਅਤੇ ਹੈਲਪ ਵੀ ਹਰ ਤਰ੍ਹਾਂ ਦੀ ਮਿਲ ਜਾਂਦੀ ਹੈ। ਅੱਛਾ ਜਸ਼ਨ, ਹੁਣ ਮੈਂ ਤੁਹਾਡੇ ਕੋਲ ਆਉਣਾ ਕਿਉਂਕਿ ਤੁਹਾਨੂੰ ਜ਼ਿਆਦਾ ਸਮਾਂ ਹੋ ਗਿਆ, ਮੈਂ ਤਾਂ ਤੁਹਾਡੇ ਕੋਲ ਅਖੀਰ 'ਚ ਆਇਆ ਤਾਂ ਕਿ ਸਾਰਿਆਂ ਦਾ ਐਕਸਪੀਰੀਅੰਸ ਹੌਲੀ ਹੌਲੀ ਕਰ ਸਕੀਏ ਆਪਾਂ ਕਹਿ 'ਚ। ਤੁਸੀਂ ਹੁਣ ਫਾਈਨੈਂਸ਼ੀਅਲ ਇੰਡਸਟਰੀ ਦੇ ਨਾਲ ਕੰਮ ਕਰਦੇ ਹੋ, ਠੀਕ ਹੈ। ਹੁਣ ਬਹੁਤ ਵੱਡੀ ਇੱਕ ਪ੍ਰੋਬਲਮ ਹੁੰਦੀ ਹੈ ਕਿ ਅਸੀਂ ਕਦੀ ਸਾਰੀ ਉਮਰ ਮਾਪਿਆਂ ਨਾਲ ਡਿਪੈਂਡੈਂਟ ਹੁੰਦੇ ਹਾਂ, ਜਿੰਨੇ ਵੀ ਅਸੀਂ 17 18 20 ਸਾਲ ਦਾ, ਕੋਈ 22 ਸਾਲ ਦਾ ਹੁੰਦਾ, ਅਸੀਂ ਸਾਡੇ ਪੇਰੈਂਟਸ ਮਾਂ ਪਿਓ 'ਚ ਕੋਈ ਹੁੰਦਾ ਜਿਹੜਾ ਸਾਨੂੰ ਗਾਈਡ ਕਰਦਾ। ਇੱਥੇ ਆ ਕੇ ਤੁਸੀਂ ਉਹ ਜ਼ਿੰਮੇਵਾਰੀ ਵੀ ਆਪ ਹੀ ਆਪਣੀ ਨਿਭਾਉਣੀ ਹੁੰਦੀ ਆ। ਉਹ ਬੱਚੇ ਫਾਈਨੈਂਸਿਸ ਕਿੱਦਾਂ ਕੰਟਰੋਲ ਕੀਤੇ ਜਾ ਸਕਦੇ ਆ? ਕਿਹੜਾ ਪਾਸਾ ਆ ਜਿੱਧਰ ਅਸੀਂ ਨਜਾਇਜ਼ ਖਰਚ ਕਰਦੇ ਹਾਂ ਅਤੇ ਜਿੱਧਰੋਂ ਸਾਨੂੰ ਰੁਕਣ ਦੀ ਲੋੜ ਆ ਤਾਂ ਕਿ ਚੰਗੇ ਕਾਜ਼ ਵਾਸਤੇ ਅਸੀਂ ਫਾਈਨੈਂਸਿਸ ਆਪਣੇ ਬਚਾ ਕੇ ਰੱਖ ਸਕੀਏ? ਕੀ ਗਲਤੀਆਂ ਮਿਸਟੇਕਸ ਨੇ ਜੋ ਤੁਸੀਂ ਨੋਟਿਸ ਕੀਤੀਆਂ ਹੁਣ ਤੱਕ, ਜੋ ਅਸੀਂ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਇੱਥੇ ਆ ਕੇ ਕਰਦੇ ਹਾਂ? ਜੀ, ਸੋ ਉਹਦੇ ਵਿੱਚ ਨਾ ਸਭ ਤੋਂ ਜੇ ਆਪਾਂ ਉਹਨੂੰ ਬੇਸਿਕ ਚੀਜ਼ ਤੋਂ ਸ਼ੁਰੂ ਕਰੀਏ ਤਾਂ ਆਪਣੀਆਂ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਸਾਡੀਆਂ ਲੋੜਾਂ ਨੇ, ਸਾਡੀਆਂ ਨੀਡਸ ਨੇ, ਇੱਕ ਸਾਡੀਆਂ ਵਾਂਟਸ ਨੇ। ਤਾਂ ਪਹਿਲਾਂ ਸਾਨੂੰ ਆਪਣੇ ਜਿਹੜੀਆਂ ਨੀਡਸ ਨੇ ਉਹਨਾਂ ਦੇ ਉੱਪਰ ਧਿਆਨ ਦੇਣਾ ਚਾਹੀਦਾ। ਹੁਣ ਸਾਡੀ ਨੀਡ ਕੀ ਹੈ ਸਾਰਿਆਂ ਦੀ? ਸਾਨੂੰ ਰਹਿਣ ਲਈ ਛੱਤ ਚਾਹੀਦੀ ਆ, 2 ਟਾਈਮ ਦੀ ਰੋਟੀ ਚਾਹੀਦੀ ਆ, ਕੱਪੜੇ ਚਾਹੀਦੇ ਆ, ਕਾਲਜ ਜਾਂ ਕੰਮ ਤੇ ਜਾਣ ਲਈ ਟਰਾਂਸਪੋਰਟੇਸ਼ਨ ਚਾਹੀਦੀ ਹੈ। ਹੁਣ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਬੇਸਿਕ ਰੱਖ ਕੇ ਚੱਲ ਸਕਦੇ ਹਾਂ। ਬੇਸਿਕ ਤੋਂ ਮੇਰਾ ਭਾਵ ਆ ਕਿ ਤੁਸੀਂ ਇੱਕ ਤਾਂ ਇਹ ਕੋਸ਼ਿਸ਼ ਕਰ ਸਕਦੇ ਹੋ ਅਸੀਂ ਵੈਨਕੂਵਰ ਡਾਊਨਟਾਊਨ 'ਚ ਰਹੀਏ, ਜਿੱਥੇ ਤੁਸੀਂ $1000 ਜਾਂ $1500 ਵੀ ਦੇ ਸਕਦੇ ਹੋ। ਦੂਜੀ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਥੋੜ੍ਹਾ ਜਿਹਾ ਟਰੈਵਲ ਕਰੋ, ਤੁਸੀਂ ਸਰੀ ਆ ਜਾਓ, ਇੱਥੇ ਤੁਸੀਂ ਕਿਸੇ ਦੇ ਨਾਲ ਸ਼ੇਅਰਡ ਅਪਾਰਟਮੈਂਟ ਜਾਂ ਬੇਸਮੈਂਟ ਦੇ ਵਿੱਚ ਰਹੋ, ਤੁਹਾਡਾ ਉਹ ਜਿਹੜਾ ਖਰਚਾ ਉਹ ਘੱਟ ਕੇ 300 400 500 ਤੇ ਵੀ ਆ ਸਕਦਾ। ਸੇਮ ਖਾਣ ਪੀਣ ਵਾਲੇ ਪਾਸੇ ਆ, ਬਾਹਰ ਘੱਟ ਖਾਣ ਪੀਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰੋ, ਹੈ ਨਾ। ਤੁਸੀਂ ਜਿਹੜੇ ਆਪਣੇ ਖਰਚੇ ਨੇ ਉਹਨਾਂ ਨੂੰ ਪੂਰਾ ਬਜਟ ਦੇ ਵਿੱਚ ਰੱਖ ਕੇ ਚੱਲੋ ਕਿ ਮੈਂ ਇੰਨਾ ਖਰਚਾ ਆਪਣਾ ਇਸ ਪਾਸੇ ਅਲਾਟ ਕਰਨਾ। ਆਪਣੀ ਟਰਾਂਸਪੋਰਟੇਸ਼ਨ 'ਚ ਆ ਗਈ, ਜ਼ਰੂਰੀ ਨਹੀਂ ਹੈਗਾ ਵੀ ਆਪਾਂ ਆਉਣ ਸਾਰੀ ਕੋਈ ਮਹਿੰਗੀ ਗੱਡੀ ਲੈਣੀ ਹੈ। ਜਿੰਨਾ ਟਾਈਮ ਆਪਾਂ ਪਬਲਿਕ ਟਰਾਂਸਪੋਰਟ ਯੂਜ਼ ਕਰ ਸਕਦੇ ਹਾਂ, ਕਿਉਂਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਤਾਂ ਸਪੈਸ਼ਲੀ ਬਹੁਤ ਵਧੀਆ ਡਿਸਕਾਊਂਟਡ ਪ੍ਰੋਗਰਾਮ ਨੇ ਟਰਾਂਜ਼ਿਟ ਦੇ। ਜਿੰਨੇ ਇੱਕ ਕੋਈ ਆਮ ਬੰਦਾ 1 ਮਹੀਨੇ ਦੇ ਭਰਦਾ, ਉਹਨੇ ਸਟੂਡੈਂਟਸ ਉਹ 4 ਮਹੀਨੇ ਜਦੋਂ ਉਹਨੂੰ ਜਿਹੜਾ ਬੱਸ ਪਾਸ ਆ 3 ਜ਼ੋਨ ਦਾ ਉਹ ਮਿਲ ਜਾਂਦਾ। ਸੋ ਉਹ ਸਾਨੂੰ ਕਰਨਾ ਚਾਹੀਦਾ ਨਾ। ਸੇਮ ਕੱਪੜਿਆਂ ਦਾ ਆ ਗਿਆ, ਠੀਕ ਹੈ ਜੀ। ਇਹਦੇ 'ਚ ਸਭ ਤੋਂ ਵੱਡੀ ਚੀਜ਼ ਹੈ ਜਦੋਂ ਵਿਦਿਆਰਥੀ ਆਉਂਦੇ ਨੇ ਕਾਲਜ 'ਚ ਜਾ ਕੇ ਆਪਣਾ ਖਾਤਾ ਖੁਲਾਉਂਦੇ ਨੇ ਤਾਂ ਉਹਨਾਂ ਨੂੰ GIC ਦੇ ਵਿੱਚ ਪਹਿਲਾਂ $2000 ਜਿਹੜਾ ਉਹ ਇਕੱਠਾ ਮਿਲ ਜਾਂਦਾ। ਜਿਹੜਾ ਵਿਦਿਆਰਥੀ ਉਹ $2000 ਸਾਂਭ ਗਿਆ, ਉਹਦੀ ਉੱਥੇ ਫਾਈਨੈਂਸ਼ੀਅਲ ਜਿਹੜੀ ਲਾਈਫ ਆ ਉਹ ਸਟੇਬਲ ਤੇ ਬੈਟਰ ਹੋਣੀ ਸ਼ੁਰੂ ਹੋ ਜਾਣੀ ਆ, ਕਿਉਂਕਿ ਤੁਹਾਡੇ ਕੋਲ ਇੱਕਦਮ ਇਕੱਠੇ ਪੈਸੇ ਆ ਗਏ। ਖਾਸ ਤੌਰ 'ਤੇ ਜੇ ਤੁਸੀਂ ਇਹੋ ਜਿਹੇ ਮੌਸਮ 'ਚ ਆ ਰਹੇ, ਤੁਹਾਨੂੰ ਠੰਡ ਜ਼ਿਆਦਾ ਲੱਗਦੀ ਆ, ਬ੍ਰਾਂਡ ਚੰਗੇ ਲੱਗਦੇ ਆ, ਹੈ ਨਾ, ਤਾਂ ਉੱਥੇ ਜਾ ਕੇ ਜਦੋਂ ਅਸੀਂ ਪੈਸੇ ਖਰਚਣੇ ਸ਼ੁਰੂ ਕਰ ਦਿੰਦੇ ਹਾਂ, ਕਿਉਂਕਿ ਉਹ ਸਾਡੀਆਂ ਵਾਂਟਸ ਵਾਲੇ ਪਾਸੇ ਆ ਗਏ। ਨੀਡ ਤਾਂ ਸਾਡੇ ਘਰਦਿਆਂ ਨੇ ਸਾਡੀ ਪੂਰੀ ਕਰਕੇ ਉੱਥੋਂ ਭੇਜ ਦਿੰਦੇ ਆ, ਹੈ ਨਾ, ਜਿੰਨੇ ਕਿਤੇ ਸਾਡਾ ਸਰ ਸਕਦਾ। ਤਾਂ ਇਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਆਪਣਾ ਬਜਟ ਉਹਨੂੰ ਅਲਾਟ ਕਰਕੇ ਚੱਲੀਏ, ਮਹਿੰਗੀਆਂ ਕਾਰਾਂ ਰੁਕ ਸਕਦੀਆਂ ਨੇ। ਕਿਉਂਕਿ ਐਂਡ ਦੇ ਉੱਤੇ ਇਹ ਇੱਕ ਦਲੀਲ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਬਹੁਤ ਚੱਲਦੀ ਆ ਕਿ ਇੱਕੋ ਹੀ ਜ਼ਿੰਦਗੀ ਆ, ਫਿਰ ਪਤਾ ਨਹੀਂ ਕੱਲ੍ਹ ਦਾ ਕਿਹਨੂੰ ਪਤਾ, ਪਰ ਬਹੁਤ ਜ਼ਿੰਦਗੀ ਆ ਸਾਡੇ ਕੋਲੇ। ਖਾਸ ਤੌਰ 'ਤੇ ਜੇ ਤੁਸੀਂ 12ਵੀਂ ਕਰਕੇ 18-19 ਸਾਲ ਦੀ ਉਮਰ ਹੈ, ਜੇ ਅਸੀਂ 2-3 ਸਾਲ ਪੂਰਾ ਬਜਟ ਦੇ ਨਾਲ ਧਿਆਨ ਦੇ ਨਾਲ ਚੱਲਾਂਗੇ ਤਾਂ ਪਿੱਛੇ ਸਾਰੀ ਜ਼ਿੰਦਗੀ ਇੰਜੋਏ ਕਰਨ ਨੂੰ ਪਈ ਹੈ। ਤੁਸੀਂ ਜਦੋਂ ਮਰਜ਼ੀ ਜਾ ਕੇ ਕਿਸੇ ਮਹਿੰਗੇ ਅਪਾਰਟਮੈਂਟ 'ਚ ਰਹਿਣਾ, ਮਹਿੰਗੀ ਗੱਡੀ ਲੈਣੀ, ਉਹ ਲੈ ਸਕਦੇ ਹੋ। ਮਤਲਬ ਬਜਟ ਲੈ ਕੇ ਚੱਲੋ। ਕੋਈ ਵੀ ਕੰਮ ਜਿਹੜਾ ਔਖਿਆਂ ਹੋ ਕੇ ਅਸੀਂ ਕਰਦੇ ਹਾਂ, ਹਾਂ, ਜੇ ਕਿਸੇ ਦੀ ਕੋਈ ਵਿੱਤੀ ਹਾਲਾਤ ਪਿੱਛੇ ਚੰਗੇ ਨੇ, ਕੋਈ ਦਾ ਸਰਦਾ ਆ, ਪੁੱਜਦਾ ਆ, ਬਹੁਤ ਸਾਰੇ ਬੱਚਿਆਂ ਦੇ ਹਾਲਾਤ ਵੱਖਰੇ ਵੀ ਨੇ, ਕਈਆਂ ਨੂੰ ਫੀਸਾਂ ਆ ਵੀ ਜਾਣੀਆਂ ਪਰ ਬਹੁਤ ਥੋੜ੍ਹੇ ਨੇ, ਬਹੁਤ ਥੋੜ੍ਹੇ। ਜੇ 100 'ਚੋਂ ਕਹਾਂ 5 ਸ਼ਾਇਦ ਹੋਣ, ਪਰ ਬਾਕੀਆਂ ਨੂੰ ਬਹੁਤਿਆਂ ਨੂੰ ਇੱਥੇ ਕਰਨਾ ਪੈਣਾ ਮਿਹਨਤ ਕਰਕੇ। ਉਹ ਕਈ ਵਾਰੀ ਫਿਰ ਦੇਖ ਕੇ ਡਰੈਗ ਵੇ ਸਾਡੀ, ਕਿਉਂਕਿ ਏਜ ਵੀ ਇੱਕ ਇੱਦਾਂ ਦੀ ਹੁੰਦੀ ਆ ਕਿ ਅਸੀਂ ਬਦੋ ਬਦੀ ਉੱਧਰ ਚੱਲ ਜਾਂਦੇ ਹਾਂ। ਅੱਛਾ, ਅਗਲੀ ਗੱਲ ਮੈਨੂੰ ਇੱਕ ਦੱਸਿਓ, ਕੋਈ ਵੀ ਜਾਣਾ ਇਹਦਾ ਜਵਾਬ ਦੇ ਸਕਦਾ। ਹੁਣ ਮੰਨ ਲਓ ਬੱਚਾ ਇੱਕ ਨਵਾਂ ਆਇਆ, ਨਵਾਂ ਵੀ ਭਾਵ ਕਿ ਕਈ ਵਾਰੀ ਉੱਥੋਂ ਆ ਜਾਂਦੇ, ਇੱਥੇ ਆ ਕੇ ਕਾਲਜ ਦੇ ਵਿੱਚ ਕਈ ਵਾਰੀ ਕੋਰਸ ਚੂਜ਼ ਕਰਨੇ ਹੁੰਦੇ ਆ।
ਮੈਨੂੰ ਮੰਨੋ ਤੁਸੀਂ ਇਹਦਾ ਮਨਜੋਤ ਤੁਸੀਂ ਇਹਦਾ ਜ਼ਰੂਰ ਜਵਾਬ ਦਿਓ ਕਿ ਕਾਲਜ ਦੇ ਵਿੱਚ ਕੋਰਸ ਚੂਜ਼ ਕਰਨੇ ਹੁੰਦੇ ਆ, ਉਹ ਬੱਚਾ ਕਿੱਥੋਂ ਜਾ ਕੇ ਉਹਦੀ ਜਾਣਕਾਰੀ ਲਏ, ਉਹਦੇ ਬਾਰੇ ਨੌਲੇਜ ਕਿੱਥੋਂ ਮਿਲ ਸਕਦੀ ਹੈ, ਕੀ ਕੋਈ ਪਲੇਟਫਾਰਮ ਹੈਗਾ? ਕਿਉਂਕਿ ਇਹ ਬਹੁਤ ਵੱਡੀ ਦਿੱਕਤ ਹੈ, ਕਈ ਵਾਰੀ ਉੱਥੋਂ ਬੈਠਿਆਂ ਵੀ ਚੂਜ਼ ਕਰਨੇ ਪੈਂਦੇ ਆ। ਅੱਜ ਕੱਲ੍ਹ ਆਨਲਾਈਨ ਪੜ੍ਹਾਈਆਂ ਹੋ ਰਹੀਆਂ, ਉਹ ਕਿੱਦਾਂ ਕੀਤਾ ਜਾ ਸਕਦਾ? ਓਕੇ, ਸੋ ਅੱਜ ਕੱਲ੍ਹ ਇੱਕ ਇਹ ਹੋਇਆ ਕਿ ਸਟੂਡੈਂਟਸ ਡਿਪੈਂਡੈਂਟ ਬਹੁਤ ਹੋਣ ਡਏ ਆ, ਉਹ ਆਪਣੇ ਏਜੰਟਸ ਤੇ ਡਿਪੈਂਡ ਆ ਹਰ ਚੀਜ਼ ਲਈ। ਉਹ ਏਜੰਟਸ ਕੋਲ ਜਾ ਕੇ ਪੁੱਛਦੇ ਸਾਨੂੰ ਕੋਰਸ ਤੁਸੀਂ ਦਿਵਾਓ, ਪਰ ਲਾਈਕ ਤੁਸੀਂ ਆਪਣੇ ਆਪ ਜੇ ਕਾਲਜ ਨੂੰ ਲੱਭੋਗੇ, ਤੁਸੀਂ ਇਸ ਕਾਲਜ ਜਾਣਾ, ਤੁਸੀਂ ਇਸ ਪ੍ਰੋਵਿੰਸ ਵਿੱਚ ਜਾਣਾ ਆ, ਤੁਸੀਂ ਉਸ ਕਾਲਜ ਦੀ ਵੈਬਸਾਈਟ ਤੇ ਜਾ ਸਕਦੇ ਆ। ਉਸ ਕਾਲਜ ਦੀ ਵੈਬਸਾਈਟ ਤੇ ਸਾਰਾ ਕੁਝ ਲਿਖਿਆ ਹੈ ਕਿ ਕਿਹੜਾ ਕੋਰਸ ਆ, ਕਿੰਨੀ ਡਿਊਰੇਸ਼ਨ ਆ ਉਸ ਕੋਰਸ ਦੀ, ਕਿੰਨੀ ਉਹਦੀ ਫੀਸ ਆ ਤੇ ਕਿੰਨੀ ਸਕਾਲਰਸ਼ਿਪ ਵੀ ਆ। ਕਈ ਵਾਰੀ ਏਜੰਟਸ ਦੱਸਦੇ ਹੀ ਨਹੀਂ ਹੈਗੇ ਕਿ ਉਸ ਕੋਰਸ ਵਿੱਚ ਤੁਹਾਨੂੰ ਸਕਾਲਰਸ਼ਿਪ ਵੀ ਮਿਲ ਸਕਦੀ ਆ, ਜਿਹਦੇ ਕਰਕੇ ਇੱਕ ਸਟੂਡੈਂਟ ਜਿਹਦੇ ਗ੍ਰੇਡਸ ਵਧੀਆ ਆ ਉਹ ਸਕਾਲਰਸ਼ਿਪ ਹੀ ਨਹੀਂ ਲੈ ਪਾਉਂਦਾ। ਜਿਵੇਂ ਕਿ ਹੁਣ ਮੇਰੀ ਐਗਜ਼ਾਮਪਲ ਆ, ਜਦੋਂ ਮੈਂ ਆਈ ਸੀਗੀ ਤੇ ਮੈਨੂੰ ਆ ਕੇ ਇੱਥੇ ਪਤਾ ਲੱਗਾ ਕਿ ਜਿਸ ਕਾਲਜ ਵਿੱਚ ਮੈਂ ਐਂਟਰ ਹੋਈ ਆ ਉੱਥੇ ਸਕਾਲਰਸ਼ਿਪ ਓਪਰਚੁਨਿਟੀਜ਼ ਵੀ ਸੀਗੀਆਂ, ਪਰ ਮੇਰੇ ਏਜੰਟ ਨੇ ਨਹੀਂ ਦੱਸਿਆ ਸੀ ਮੈਨੂੰ। ਪਰ ਇੱਥੇ ਆ ਕੇ ਮੈਨੂੰ ਇਹ ਸਮਝ ਜ਼ਰੂਰ ਆਈ ਹੈ ਕਿ ਤੁਸੀਂ ਜੇ ਕਿਸੇ ਵੀ ਚੀਜ਼ ਦੇ ਬਾਰੇ ਕੁਝ ਵੀ ਲਾਈਕ ਦੇਖਣਾ ਆ ਕਿ ਇਸ ਕਾਲਜ ਵਿੱਚ ਕੀ ਓਪਰਚੁਨਿਟੀਜ਼ ਆ, ਕੀ ਕੋਰਸਿਸ ਆ, ਕਿੰਨੀ ਡਿਊਰੇਸ਼ਨ ਆ, ਸਾਰਾ ਕੁਝ ਉਹਦੀ ਵੈਬਸਾਈਟ 'ਤੇ ਆ। ਤੁਸੀਂ ਉਹਦੀ ਵੈਬਸਾਈਟ 'ਤੇ ਜਾਓਗੇ, ਤੁਹਾਨੂੰ ਪਤਾ ਲੱਗੂਗਾ ਕਿ ਤੁਸੀਂ ਕਿਹਦੇ ਵਿੱਚ ਤੁਹਾਡਾ ਇੰਟਰਸਟ ਆ। ਮੇਨ ਇਹ ਵੀ ਚੀਜ਼ ਮੈਟਰ ਕਰਦੀ ਹੈ, ਤੁਹਾਡਾ ਇੰਟਰਸਟ ਕੀ ਆ। ਕਈ ਵਾਰੀ ਤੁਸੀਂ ਏਜੰਟ ਦੇ ਪਿੱਛੇ ਲੱਗ ਕੇ ਉਹ ਕੋਰਸ ਲੈ ਲੈਂਦੇ ਆ ਜਿਹੜੀ ਤੁਹਾਨੂੰ ਕੁਝ ਪਤਾ ਹੀ ਨਹੀਂ ਹੈਗਾ, ਅਤੇ ਤੁਸੀਂ ਲਾਈਕ ਤੁਸੀਂ ਹੁਣ ਬਿਜ਼ਨਸ ਸਟੂਡੈਂਟ ਆ, ਤੁਸੀਂ ਲਾਅ ਲੈ ਲਓਗੇ, ਪੈਰਾਲੀਗਲ ਕੋਰਸ ਲੈ ਲਓਗੇ, ਤੁਹਾਨੂੰ ਲਾਈਕ ਬਿਲਕੁਲ ਹੀ ਸਵਿਚ ਹੋ ਜਾਣਾ ਹੈ। ਤੁਹਾਡਾ ਬਰਡਨ ਵਧੂਗਾ, ਤੁਹਾਡਾ ਸਟ੍ਰੈਸ ਲੈਵਲ ਵਧੂਗਾ ਅਤੇ ਤੁਸੀਂ ਫੋਕਸ ਨਹੀਂ ਕਰ ਪਾਉਂਦੇ ਆਪਣੀ ਪੜ੍ਹਾਈ 'ਤੇ। ਕੀ ਇਸ ਚੀਜ਼ ਦੀ ਕਿਤੋਂ ਸਾਨੂੰ ਕਾਉਂਸਲਿੰਗ ਜਾਂ ਕੋਈ ਨੌਲੇਜ ਕਿਸੇ ਬੰਦੇ ਕੋਲੋਂ, ਕਿਸੇ ਅਦਾਰੇ ਕੋਲੋਂ, ਜਾਂ ਕਾਲਜਿਸ ਦੇ ਵਿੱਚ ਵੀ ਕੀ ਕੋਈ ਅਦਾਰਾ ਹੁੰਦਾ ਜਿੱਥੋਂ ਜਾ ਕੇ ਅਸੀਂ ਇਹਦੀ ਇਨਫੋਰਮੇਸ਼ਨ ਲੈ ਸਕਦੇ ਹਾਂ? ਹਾਂਜੀ, ਲਾਈਕ ਕਾਲਜ ਦੇ ਉੱਤੇ ਲਾਈਕ ਡਿਫਰੈਂਟ ਡਿਪਾਰਟਮੈਂਟਸ ਹੁੰਦੇ ਆ। ਐਕੈਡੈਮਿਕ ਐਡਵਾਈਜ਼ਰ ਹੁੰਦਾ ਆ, ਫਾਈਨੈਂਸ਼ੀਅਲ ਐਡਵਾਈਜ਼ਰ ਹੁੰਦਾ, ਜਿਹੜੇ ਤੁਹਾਨੂੰ ਲਾਈਕ ਹੈਲਪ ਕਰਦੇ ਆ ਕਿ ਤੁਸੀਂ ਉਸ ਚੀਜ਼ ਨੂੰ ਲਾਈਕ ਡਿਟੇਲ ਵਿੱਚ ਜਾਣ ਪਾਵੋ। ਅਤੇ ਤੁਸੀਂ ਬਸ ਉਹਦੀ ਲਾਈਕ ਈਮੇਲ 'ਤੇ ਇਹਨੂੰ ਅਪਰੋਚ ਕਰਨਾ ਹੁੰਦਾ ਆ ਆਪਣੇ ਕੁਐਸਚਨਸ ਦੇ ਨਾਲ। ਦੈਨ ਉਹ ਲਾਈਕ ਤੁਹਾਨੂੰ 2 to 3 ਬਿਜ਼ਨਸ ਡੇਜ਼ ਵਿੱਚ ਤੁਹਾਨੂੰ ਰਿਸਪੌਂਸ ਮਿਲ ਜਾਂਦਾ ਆ। ਤੁਸੀਂ ਉਹਨਾਂ ਨੂੰ ਦੁਬਾਰਾ ਵੀ ਪੁੱਛ ਸਕਦੇ ਆ, ਤੁਹਾਨੂੰ ਕੋਈ ਡਾਊਟ ਆ, ਤੁਹਾਨੂੰ ਕੁਛ ਵੀ ਆ, ਤੁਹਾਨੂੰ ਉਹ ਕਲੀਅਰ ਕਰ ਦਿੰਦੇ ਆ ਨਾਲੋਂ ਨਾਲ। ਅੱਛਾ, ਸਲਾਹਕਾਰ ਦੀ ਗੱਲ ਆਈ, ਸਲਾਹਕਾਰ ਬਹੁਤ ਜ਼ਰੂਰੀ ਹੁੰਦੇ ਆ ਨਾ। ਅਸੀਂ ਸਾਰੇ ਆ ਕੇ ਕਿਸੇ ਨਾ ਕਿਸੇ ਕੋਲ ਸਲਾਹ ਲੈਂਦੇ ਆ, ਪਰ ਕਈ ਵਾਰੀ ਸਲਾਹ ਸਿੱਧੀ ਵੀ ਪੈ ਜਾਂਦੀ, ਕਈ ਵਾਰੀ ਪੁੱਠੀ ਵੀ ਪੈ ਜਾਂਦੀ ਆ। ਕਿਸੇ ਨੂੰ ਕੋਈ ਯਾਦ ਆ ਕੋਈ ਆ ਕੇ ਪਹਿਲੇ ਸਮਿਆਂ ਦੇ ਵਿੱਚ ਕਿਸੇ ਕੋਲੋਂ ਸਲਾਹ ਲਈ ਹੋਏ ਕਾਲਜ ਕੰਮ ਪ੍ਰਤੀ ਜਾਂ ਕਿਸੇ ਹੋਰ ਚੀਜ਼ ਪ੍ਰਤੀ, ਜਿਹੜੀ ਸਿੱਧੀ ਪਈ ਹੋਏ? ਪਹਿਲਾਂ ਸਿੱਧੀਆਂ ਦੀ ਗੱਲ ਕਰਦੇ ਤੁਸੀਂ ਗੁਰਵੀਰ, ਕੋਈ ਯਾਦ ਆ ਤੁਹਾਨੂੰ? ਸਿੱਧੀ ਨਹੀਂ, ਪੁੱਠੀ ਤਾਂ ਜ਼ਰੂਰ ਪਈ ਆ। ਅੱਛਾ, ਚਲੋ ਉਹ ਦੱਸ ਦਿਓ। ਉਹ ਪੁੱਠੀ ਉਹਨਾਂ ਤੇ ਪਈ। ਅਸਲ 'ਚ ਮੈਂ ਜਦੋਂ ਆਇਆ ਸੀ ਮੈਂ ਸਾਈਕੋਲੋਜੀ ਲੈ ਕੇ ਆਇਆ ਸੀਗਾ, ਬਟ ਮੇਰਾ ਇੰਟਰਸਟ ਸ਼ੁਰੂ ਤੋਂ ਮਿਊਜ਼ਿਕ 'ਚ ਹੀ ਸੀਗਾ। ਛੋਟੇ ਹੁੰਦਿਆਂ ਤੋਂ ਜਿਵੇਂ ਗਿਟਾਰ ਤੋਂ ਸ਼ੁਰੂ ਕਰਕੇ ਤੇ ਕਾਫੀ ਮਿਊਜ਼ਿਕ 'ਚ ਰਿਹਾ ਮੈਂ। ਤੇ ਕਰਕੇ ਜਿੱਦਾਂ ਭੈਣ ਨੇ ਕਿਹਾ ਕਿ ਜਿਹੜੇ ਇੰਟਰਸਟ 'ਚ ਤੁਹਾਡਾ ਜਿਹੜਾ ਕੋਰਸ ਨਹੀਂ ਹੈਗਾ, ਜੇ ਤੁਸੀਂ ਉਹਦੇ 'ਚ ਨਹੀਂ ਪੜ੍ਹ ਰਹੇ ਹੈਗੇ ਤਾਂ ਤੁਸੀਂ ਨਹੀਂ ਪੜ੍ਹ ਸਕਦੇ। ਸੋ ਮੈਂ ਜਦੋਂ ਚੇਂਜ ਕਰਨ ਲੱਗਾ, ਮਿਊਜ਼ਿਕ 'ਚ ਆਉਣ ਲੱਗਾ, ਤਾਂ ਸਾਰੇ ਮੈਨੂੰ ਕਹਿੰਦੇ, ਜਿੰਨੇ ਵੀ ਉੱਥੇ ਮੇਰੇ ਰਿਸ਼ਤੇਦਾਰ ਸੀ, ਕਹਿੰਦਾ ਤੈਨੂੰ ਵਰਕ ਪਰਮਿਟ ਨਹੀਂ ਮਿਲਣਾ, ਤੇਰੀ PR ਨਹੀਂ ਹੋਣੀ, ਤੈਨੂੰ ਰਿਪੋਰਟ ਕਰ ਦੇਣਗੇ, ਇਹ ਕਰ ਦੇਣਗੇ, ਉਹ ਕਰ ਦੇਣਗੇ। ਪਰ ਮੇਰੇ ਤੋਂ ਕਰ ਹੀ ਨਹੀਂ ਸੀ ਹੋ ਰਿਹਾ। ਅੰਦਰ ਨਾ ਵਾਸ ਲਾਈਕ ਕਿ ਮੈਂ ਕਰਨਾ ਹੀ ਆ। ਸੋ ਜਦੋਂ ਮੈਂ ਮਿਊਜ਼ਿਕ 'ਚ ਗਿਆ ਤਾਂ ਕਰਕੇ ਮੇਰੀ ਪੜ੍ਹਾਈ ਵੀ ਸਹੀ ਕੰਪਲੀਟ ਹੋਈ, 3 ਸਾਲ ਦਾ ਵਰਕ ਪਰਮਿਟ ਵੀ ਮਿਲਿਆ, ਤੇ ਅਖੀਰ 'ਚ ਉਹਨਾਂ ਨੂੰ ਇਹ ਵੀ ਪਤਾ ਲੱਗਾ ਕਿ ਹਾਂ ਵੀ ਅਸੀਂ ਜਿਹਨੂੰ ਕਹਿੰਦੇ ਸੀ ਸੌਰਟ ਆਫ ਡੀਮੋਟੀਵੇਟ ਕਰਦੇ ਤਾਂ ਉਹ ਗਲਤ ਸੀਗਾ। ਸੋ ਉਹਨਾਂ ਦੀ ਕਹੀ ਗੱਲ ਤੇ ਨਾ ਚੱਲ ਕੇ ਮੇਰਾ ਕੰਮ ਸਹੀ ਹੋਇਆ। ਸੋ ਸਲਾਹ ਨਾ ਮੰਨ ਕੇ ਸਲਾਹ ਮੰਨ ਕੇ। ਸੋ ਤੁਹਾਡੇ ਨਾਲ ਕੋਈ ਐਕਸਪੀਰੀਅੰਸ ਹੋਇਆ? ਮੈਂ ਸਹੀ ਵਾਲੇ ਪਾਸੇ ਦੱਸ ਦਿੰਦਾ, ਮੈਂ ਆਪਣਾ ਤਜਰਬਾ ਦੱਸ ਦਿੰਦਾ। ਜਦੋਂ ਮੈਂ ਇੱਥੇ ਆਪਣਾ ਕੋਰਸ ਅਪਲਾਈ ਕਰ ਰਿਹਾ ਸੀ ਤਾਂ ਮੈਂ, ਕਿਉਂਕਿ ਮੇਰੀ ਪਿੱਛੇ ਬੈਚਲਰਸ ਕਾਮਰਸ ਦੇ ਵਿੱਚ ਸੀ, ਤਾਂ ਮੈਂ ਬਿਜ਼ਨਸ 'ਚ ਆਉਣਾ ਚਾਹੁੰਦਾ ਸੀ, ਪਰ ਉਸ ਸਮੇਂ ਸਾਰੀਆਂ ਸੀਟਸ ਜਿਹੜੀਆਂ ਫੁੱਲ ਹੋ ਗਈਆਂ ਹਨ। ਤਾਂ ਉਹਦੇ ਨਾਲ ਦਾ ਹੀ ਸਿਮਿਲਰ ਮੈਨੂੰ ਕੋਰਸ ਮਿਲ ਗਿਆ ਅਕਾਊਂਟਿੰਗ ਦੇ ਵਿੱਚ। ਮੈਂ ਇੱਥੇ ਆ ਕੇ ਅਕਾਊਂਟਿੰਗ ਦੇ ਵਿੱਚ ਪੜ੍ਹਾਈ ਸ਼ੁਰੂ ਕੀਤੀ, ਪਰ ਮੈਨੂੰ ਉਹ ਚੀਜ਼ ਜ਼ਿਆਦਾ ਟਫ ਲੱਗੀ ਅਤੇ ਮੇਰਾ ਇੰਟਰਸਟ ਨਹੀਂ ਸੀ, ਕਿਉਂਕਿ ਮੈਂ ਬਿਜ਼ਨਸ ਦੇ ਵਿੱਚ ਜ਼ਿਆਦਾ ਜਾਣਾ ਚਾਹੁੰਦਾ ਸੀ। ਤਾਂ ਮੈਂ ਸਹੀ ਸਮੇਂ ਦੇ ਉੱਪਰ, ਜਿਵੇਂ ਭੈਣ ਨੇ ਦੱਸਿਆ ਵੀ ਅਲੱਗ-ਅਲੱਗ ਡਿਪਾਰਟਮੈਂਟਸ ਹੁੰਦੇ ਆ, ਮੈਂ ਜਿਹੜਾ ਐਡਵਾਈਜ਼ਰ ਸੀ ਸਾਡਾ, ਉਹਨਾਂ ਦੇ ਨਾਲ ਮੀਟਿੰਗ ਸੈੱਟ ਕੀਤੀ। ਮੈਂ ਉਹਨਾਂ ਨੂੰ ਪੁੱਛਿਆ ਕਿ ਮੈਂ ਕੋਰਸ ਆਲਰੇਡੀ ਪੜ੍ਹ ਚੁੱਕਿਆ ਅਤੇ ਮੈਂ ਟ੍ਰਾਂਜੀਸ਼ਨ ਕਰਨਾ ਚਾਹੁੰਦਾ ਉਸ ਕੋਰਸ ਦੇ ਵਿੱਚ, ਕਿਵੇਂ ਹੋਊਗੀ। ਉਹਨਾਂ ਨੇ ਮੈਨੂੰ ਪ੍ਰੋਪਰਲੀ ਗਾਈਡ ਕੀਤਾ ਕਿ ਤੁਸੀਂ ਅਗਲੇ ਸਮੈਸਟਰ ਦੇ ਵਿੱਚ ਜਿਹੜੇ ਕੋਰਸ ਲੈਣੇ ਹੋਣਗੇ ਤੁਸੀਂ ਇਹ ਨਹੀਂ ਪਿਕ ਕਰਨੇ, ਤੁਸੀਂ ਆਹ ਪਿਕ ਕਰ ਲਿਓ। ਐਂਡ ਦੈਨ ਮੈਂ ਰਿਕੁਐਸਟ ਪਾ ਦਿੰਨੀ ਇਹਦੇ ਵਿੱਚ ਕਿ ਤੁਹਾਡਾ ਜਿਹੜਾ ਕੋਰਸ ਆ ਫਿਰ ਉਹ ਬਿਜ਼ਨਸ ਦੇ ਵਿੱਚ ਹੋ ਜਾਊਗਾ। ਸੋ ਬਿਨਾਂ ਕੋਈ ਐਕਸਟਰਾ ਖਰਚਾ ਕਰੇ ਜਾਂ ਕੋਈ ਐਕਸਟਰਾ ਸਮਾਂ ਲਾਏ, ਮੈਂ ਈਜ਼ੀਲੀ ਅਕਾਊਂਟਿੰਗ ਦੇ ਵਿੱਚੋਂ ਬਿਜ਼ਨਸ ਦੇ ਵਿੱਚ ਟ੍ਰਾਂਸਫਰ ਹੋ ਗਿਆ, ਪਰ ਉਹ ਸਮੇਂ ਸਿਰ ਅਤੇ ਸਹੀ ਜਗ੍ਹਾ 'ਤੇ ਜਾ ਕੇ, ਹੈ ਨਾ। ਤਾਂ ਆਮ ਤੌਰ ਦੇ ਉੱਤੇ ਇਹ ਚੀਜ਼ ਬਹੁਤ ਵਾਰੀ ਹੁੰਦੀ ਹੈ ਕਿ ਅਸੀਂ ਜਿਹੜੀ ਸਹੀ ਸਲਾਹ ਕਿਹੜੀ ਉਹ ਗਲਤ ਬੰਦੇ ਕੋਲੋਂ ਲੈ ਲੈਂਦੇ ਹਾਂ, ਹੈ ਨਾ। ਕਾਲਜਸ, ਯੂਨੀਵਰਸਿਟੀ ਦੇ ਵਿੱਚ, ਜਿਵੇਂ ਭੈਣ ਨੇ ਪਹਿਲਾਂ ਵੀ ਗੱਲ ਕੀਤੀ, ਰੈਜ਼ੂਮੇ ਵਾਲੀਆਂ ਟੀਮਸ ਵੀ ਨੇ, ਇਸ ਤਰੀਕੇ ਦੇ ਐਡਵਾਈਜ਼ਰਸ ਵੀ ਨੇ। ਤੁਹਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਆਉਂਦੀ ਹੈ, ਹੁਣ ਮੈਂਟਲ ਹੈਲਥ ਦੀ ਵੀ ਆਪਾਂ ਕਾਫੀ ਵੱਡਾ ਇਸ਼ੂ ਆਉਂਦਾ, ਹੈ ਨਾ, ਤਾਂ ਕੋਈ ਵੀ ਜੇਕਰ ਤੁਹਾਨੂੰ ਦਿੱਕਤ ਆਉਂਦੀ ਹੈ ਔਨ ਕੈਂਪਸ, ਉੱਥੇ ਆਪਣੇ ਕੋਲ ਸਾਰੇ ਉਹ ਗੱਲ ਸਾਰਿਆਂ ਬੱਚਿਆਂ ਦੀ ਸੁਣਦੇ ਆ, ਕਿਸੇ ਤਰੀਕੇ ਦਾ ਕੋਈ ਵਿਤਕਰਾ ਤਾਂ ਨਹੀਂ ਹੁੰਦਾ? ਨਹੀਂ ਜੀ, ਅੱਜ ਤੱਕ ਤੇ ਨਹੀਂ ਬਿਲਕੁਲ ਨਹੀਂ ਹੋਇਆ, ਕਿਉਂਕਿ ਕਈ ਵਾਰੀ ਨਾ ਇੱਕ ਵਾਲ ਹੁੰਦੀ ਆ ਵਿੱਚ, ਉਹ ਕੰਧ ਬਣੀ ਹੁੰਦੀ ਆ ਵੀ ਯਾਰ
ਉਹਦਾ ਥੋੜੀ ਚਮੜੀ ਹੋਰ ਆ, ਰੰਗ ਹੋਰ ਆ, ਉਹ ਵੇਖਣ 'ਚ ਹੋਰ ਬੰਦਾ ਜਿਹੜਾ ਜਿਹਦੇ ਕੋਲ ਸਲਾਹ ਲੈਣੀ ਆ ਵੀ ਕੀ ਮੇਰੀ ਉਹਦੇ ਨਾਲ ਟਿਊਨਿੰਗ ਫਿੱਟ ਬੈਠ ਜਾਊਗੀ, ਕੀ ਮੈਂ ਉਹਦੇ ਕੋਲ ਸਲਾਹ ਲੈ ਲਵਾਂ ਜਾ ਕੇ, ਉਹ ਇਦਾਂ ਦਾ ਕੋਈ ਬੈਰੀਅਰ ਜਿਹਾ ਵਿੱਚ ਰੱਖਣ ਦੀ ਲੋੜ ਨਹੀਂ ਨਾ। ਉਹਦੇ ਵਿੱਚ ਵੀ ਇੱਕ ਚੀਜ਼ ਹੁੰਦੀ ਹੈ, ਜੇਕਰ ਤੁਹਾਨੂੰ ਕੋਈ ਦਿੱਕਤ ਆਉਂਦੀ ਆ, ਚਲੋ ਮੰਨ ਲਓ ਕਿ ਕੋਈ ਮਹਿਸੂਸ ਕਰ ਸਕਦਾ ਹੈ ਨਾ, ਜਦੋਂ ਪੜ੍ਹ ਰਿਹਾ ਉਹ ਪ੍ਰੋਫੈਸਰ ਤੋਂ ਕਰ ਸਕਦਾ ਜਾਂ ਇੱਦਾਂ ਕਿਤੋਂ ਹੋਰ ਕਰ ਸਕਦਾ, ਤਾਂ ਜ਼ਿਆਦਾਤਰ ਕਾਲਜਸ ਦੇ ਵਿੱਚ ਜਿਹੜੇ ਵੱਡੇ ਕਾਲਜਸ ਨੇ ਉੱਥੇ ਜਿੱਦਾਂ ਸਟੂਡੈਂਟ ਯੂਨੀਅਨਸ ਨੇ ਤੇ ਉਹਦੇ ਵਿੱਚ ombuds ਪਰਸਨ ਹੁੰਦੇ ਆ, ਤੁਸੀਂ ਉਹਨਾਂ ਨੂੰ ਕੰਪਲੇਂਟ ਕਰ ਸਕਦੇ ਹੋ ਤੇ ਉਹ ਤੁਹਾਡਾ ਜਿਹੜਾ ਕੇਸ ਆ ਉਹ ਤੁਹਾਡੀ ਬਿਹਾਫ ਦੇ ਉੱਤੇ ਉਹ ਸਾਰਾ ਇਨਵੈਸਟੀਗੇਟ ਕਰਦੇ ਆ ਕਿ ਵਾਕਈ ਤੁਹਾਡੇ ਨਾਲ ਵਿਤਕਰਾ ਹੋ ਰਿਹਾ ਜਾਂ ਕੋਈ ਹੋਰ ਸਮੱਸਿਆ। ਅੱਛਾ, ਸੋ ਜੇ ਉਹ ਹੱਲ ਕੀਤਾ ਜਾ ਸਕਦਾ ਓਕੇ, ਬਿਲਕੁਲ ਠੀਕ ਆ। ਅੱਛਾ, ਮੈਨੂੰ ਅਗਲੀ ਗੱਲ ਹੁਣ ਇਹ ਦੱਸਿਓ ਕਿ ਮੰਨ ਲਓ ਕਿ ਆਪਾਂ ਹੁਣ ਜਿਵੇਂ ਗੱਲ ਕਰਦੇ ਹਾਂ ਕਿ ਬੱਚੇ ਇੱਥੇ ਆ ਗਏ ਆ, ਉਸ ਤੋਂ ਬਾਅਦ ਅਸੀਂ ਅੱਜ ਕੱਲ੍ਹ ਦੇਖ ਰਹੇ ਹਾਂ ਕਿ ਬੱਚਿਆਂ ਦੇ ਵਿੱਚ ਉਹ ਇਕੱਲੇਪਨ ਨਾਲ ਰਹਿ ਕੇ ਇੱਕ ਮਤਲਬ ਸੁਸਾਈਡ ਦੇ ਕੇਸਿਸ ਵੀ ਵਧੇ ਨੇ, ਮਾਨਸਿਕ ਤੌਰ 'ਤੇ ਪਰੇਸ਼ਾਨੀਆਂ ਦੀਆਂ ਉਹ ਕੇਸਿਸ ਕੁਝ ਕੁ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਰਾਈਜ਼ ਹੋਏ ਨੇ, ਖਾਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿੱਚ। ਉਹਦਾ ਕੀ ਮੁੱਖ ਕਾਰਨ ਮੰਨਦੇ ਹੋ ਤੁਸੀਂ? ਮੁੱਖ ਕਾਰਨ ਇਹੀ ਹੈ ਕਿ ਅਸੀਂ ਜਦੋਂ ਇੰਡੀਆ ਹੁੰਦੇ ਹਾਂ, ਇੰਡੀਆ ਤਾਂ ਅਸੀਂ ਘਰਦਿਆਂ 'ਚ ਰਹਿ ਰਹੇ ਹੁੰਦੇ ਹਾਂ ਤੇ ਜਿਹੜਾ ਸਾਡਾ ਪੁਰਾਣਾ ਸਰਕਲ ਹੁੰਦਾ ਉਹ ਚੱਲ ਰਿਹਾ ਹੁੰਦਾ, ਸੋ ਅਸੀਂ ਕਦੇ ਇਹ ਫੀਲ ਨਹੀਂ ਕਰਦੇ ਹੈਗੇ ਕਿ ਅਸੀਂ ਇਕੱਲੇ ਹਾਂ ਤੇ ਨਾ ਸਾਨੂੰ ਪਤਾ ਹੀ ਹੁੰਦਾ ਕਿ ਹਾਂ ਵੀ ਇਹਨਾਂ ਦੀ ਕਿੰਨੀ ਕੁ ਇੰਪੋਰਟੈਂਸ ਹੈ। ਪਰ ਜਦੋਂ ਅਸੀਂ ਇੱਥੇ ਆ ਜਾਂਦੇ ਹਾਂ, ਅਸੀਂ ਇਕੱਲੇ ਹੁੰਦੇ ਹਾਂ, ਕਾਫੀ ਹੱਦ ਤੱਕ ਸਾਡੇ ਨਾਲ ਕੋਈ ਰਹਿਣ ਵਾਲਾ ਵੀ ਨਹੀਂ ਹੁੰਦਾ ਹੈਗਾ। ਕਈ ਵਾਰ ਜਦੋਂ ਨਵੇਂ ਆਉਂਦੇ ਹਾਂ 6-6 ਮਹੀਨੇ ਲੋਕ ਇਕੱਲੇ ਰਹਿੰਦੇ ਹਾਂ ਤੇ ਉਹ ਜਿਹੜਾ ਇਕੱਲਾਪਨ ਹੈ ਉਹੀ ਸਾਰੀ ਇਹਨਾਂ ਚੀਜ਼ਾਂ ਨੂੰ ਕਹਿ ਲਓ ਕਿ ਖਰਾਬ ਕਰਦਾ ਆ। ਤੇ ਬਾਕੀ ਇਹ ਹੁਣ ਸਾਨੂੰ ਸਮਝਣਾ ਚਾਹੀਦਾ ਕਿ ਜੇ ਆਪਣੀ ਇੱਥੇ ਆ ਕੇ ਸਾਡੇ ਮਾਪੇ ਸਿਰਫ ਸਾਡੇ ਯਾਰ ਦੋਸਤ ਨੇ ਜਾਂ ਜਿਹੜੇ ਇੱਥੇ ਦੀ ਕਮਿਊਨਿਟੀ ਸਾਨੂੰ ਮਿਲਦੀ ਆ ਸਿਰਫ ਉਹੀ ਨੇ, ਉਹਨਾਂ 'ਤੇ ਭਰੋਸਾ ਕਰਨਾ, ਪਰ ਉਹ ਵੀ ਸੋਚ ਵਿਚਾਰ ਕੇ। ਪਰ ਅਗੇਨ ਜੇ ਤੁਸੀਂ ਇੱਕ ਦੂਸਰੇ ਦਾ ਹੱਥ ਫੜੋਗੇ ਤਾਂ ਉਹ ਸਾਰਾ ਕੁਝ ਠੀਕ ਹੋਊਗਾ। ਹੁਣ ਜਿਹੜੇ ਅਸੀਂ ਫਸਦੇ ਹਾਂ ਇੱਥੇ ਆ ਕੇ ਫਸਦੇ ਹਾਂ ਕਿ ਅਸੀਂ ਇੱਕ ਦੂਸਰੇ 'ਤੇ ਟਰਸਟ ਨਹੀਂ ਕਰਦੇ, ਅਸੀਂ ਸ਼ਰਮਾਉਂਦੇ ਹਾਂ ਕਿਸੇ ਨੂੰ ਅਪਰੋਚ ਕਰਨ ਤੋਂ ਜਾਂ ਜੇ ਕੋਈ ਨਾਲ ਬੈਠਾ ਆ ਵੀ ਉਹਨਾਂ ਨਾਲ ਗੱਲ ਕਰਨ ਤੋਂ, ਵੀ ਹਾਂ ਵੀ ਕਿਸੇ ਵੀ ਤਰੀਕੇ ਦੀ ਗੱਲ ਸ਼ੇਅਰ ਕਰਨ ਤੋਂ। ਅੱਛਾ, ਕਿੰਨਾ ਕੁ ਜ਼ਰੂਰੀ ਹੁੰਦਾ ਆਪਣੇ ਦਿਲ ਦੀ ਗੱਲ ਸਾਂਝੀ ਕਰਨੀ, ਕਿਉਂਕਿ ਮਾਪੇ ਵੀ ਨਹੀਂ ਹੈਗੇ, ਭੈਣ ਭਰਾ ਵੀ ਨਹੀਂ ਹੈਗੇ, ਯਾਰ ਦੋਸਤ ਨੇ, ਕਿੰਨਾ ਕੁ ਜ਼ਰੂਰੀ, ਕਿੰਨਾ ਕੁ ਉਸ ਚੀਜ਼ ਨਾਲ ਰਿਲੀਫ ਮਿਲਦਾ ਜਾਂ ਕੋਈ ਪਾਸਟ 'ਚੋਂ ਐਕਸਪੀਰੀਅੰਸ ਹੋਇਆ ਐਸਾ? ਓਕੇ, ਸੋ ਮੈਂ ਜਦੋਂ ਇੱਥੇ ਆਈ ਹਾਂ, ਲਾਈਕ ਜਿਵੇਂ ਕਿ ਵੀਰ ਜੀ ਨੇ ਕਿਹਾ ਕਿ ਉੱਥੇ ਜਦੋਂ ਰਹਿੰਦੇ ਹਾਂ ਆਪਾਂ ਕਿ ਆਪਾਂ ਨੂੰ ਉਹ ਕਦੀ ਕਮੀ ਮਹਿਸੂਸ ਨਹੀਂ ਹੋਈ ਹੁੰਦੀ ਇਕੱਲੇਪਨ ਦੀ। ਜਦੋਂ ਤੁਸੀਂ ਇੱਥੇ ਅੰਡਰ ਕਰਦੇ, ਇੱਕ ਤੇ ਇਸ ਟਾਈਮ 'ਤੇ ਜਿਹੜੇ ਕੋਵਿਡ ਦੇ ਕਰਕੇ ਹੋਇਆ ਕਿ ਤੁਹਾਨੂੰ ਕੁਆਰੰਟਾਈਨ ਕਰਨਾ ਪੈਣਾ ਆ, ਉਹਦੇ ਕਰਕੇ ਇੱਕ ਬੰਦੇ ਨੇ ਪਹਿਲੀ ਵਾਰੀ ਇਕੱਲਾ ਰਹਿ ਕੇ ਦੇਖਿਆ ਅੰਦਰ ਆਪਣੇ ਆਪ, ਜਿੱਥੇ ਕੋਈ ਤੁਹਾਡੇ ਲਾਗੇ ਵੀ ਨਹੀਂ ਆਉਂਦਾ, ਅਤੇ ਉਹਦੇ ਨਾਲ ਵੀ ਤੁਹਾਨੂੰ ਬਹੁਤ ਇਫੈਕਟ ਪੈਂਦਾ ਆ। ਅਤੇ ਲਾਈਕ ਸੋਸ਼ਲ ਐਨਜ਼ਾਈਟੀ ਹੋਣੀ ਸਟਾਰਟ ਹੋ ਗਈ ਆ, ਲੋਕਾਂ 'ਚ ਡਿਪਰੈਸ਼ਨ ਆਉਣਾ ਸਟਾਰਟ ਹੋ ਗਿਆ ਆ। ਲਾਈਕ ਜਿੱਦਾਂ ਇੱਥੇ ਆਉਂਦੇ ਆ, ਪਹਿਲਾਂ ਤਾਂ ਫਾਈਨੈਂਸ਼ੀਅਲ ਇਸ਼ੂਜ਼ ਆਉਂਦੇ ਆ, ਘਰ ਲੱਭਣ ਦਾ ਇਸ਼ੂ, ਆਪਣੇ ਆਪ 'ਤੇ ਸਾਰਾ ਕੁਛ ਡਿਪੈਂਡ ਹੋਣਾ ਪੈਂਦਾ ਬੰਦੇ ਨੂੰ ਕਿ ਮੈਂ ਆਹ ਵੀ ਲੱਭਣਾ ਆ, ਮੈਂ ਆਹ ਵੀ ਕਰਨਾ ਆ, ਕਾਲਜ ਦੀ ਫੀਸ ਭਰਨੀ ਆ। ਜਿਵੇਂ ਕਿ ਹੁਣ ਲਾਈਕ ਵਰਕ ਆਵਰਸ ਹੁਣ ਇੰਕਰੀਜ਼ ਹੋਏ ਆ, ਉਹਦੇ ਕਰਕੇ ਹੁਣ ਇੱਕ ਪਰੇਸ਼ਾਨੀ ਇਹ ਤਾਂ ਦੂਰ ਹੋ ਗਈ ਹੈ ਕਿ ਬੱਚੇ ਨੂੰ ਕਿ ਹੁਣ ਉਹ ਕੰਮ ਜ਼ਿਆਦਾ ਕਰ ਸਕਦਾ ਅਤੇ ਆਪਣੀ ਫੀਸ ਨੂੰ ਉਤਾਰ ਸਕਦਾ ਆ, ਹੈ ਨਾ। ਅਤੇ ਜਦੋਂ ਪਹਿਲਾਂ ਲਾਈਕ ਫੀਸ 20 ਘੰਟੇ ਵਿੱਚ ਕੋਈ ਕਿੰਨਾ ਕੁ ਕਮਾ ਲੂਗਾ, ਜਿਹਦੇ ਕਰਕੇ ਉਹ ਸਟਰੈਸ ਲੈਵਲ ਹੁੰਦਾ ਸੀ ਬੰਦੇ ਵਿੱਚ ਕਿ ਹਾਂ ਹੁਣ ਫੀਸ ਵੀ ਤਾਰਨੀ ਹੈ, 3 ਸਮੈਸਟਰ ਪੂਰੇ ਲਾਈਕ ਪੂਰਾ ਸਮੈਸਟਰ ਪੂਰਾ ਹੋ ਚੱਲਿਆ ਅਤੇ ਫੀਸ ਤਾਰਨੀ ਆ। ਐਂਡ ਉਹਦੇ ਕਰਕੇ ਕੀ ਹੁੰਦਾ ਸੀਗਾ ਕਿ ਉਹਨਾਂ ਨੂੰ ਇੱਕ ਸਟਰੈਸ ਹੁੰਦਾ ਆ ਕਿ ਕੰਮ ਵੀ ਕਰਨਾ ਆ ਅਤੇ ਪੜ੍ਹਾਈ ਵੀ ਕਰਨੀ ਹੈ, ਨਾਲ ਫੁੱਲ ਟਾਈਮ ਸਟੂਡੈਂਟ ਵੀ ਰਹਿਣਾ ਅਤੇ ਫੁੱਲ ਟਾਈਮ ਕੰਮ ਵੀ ਲਾਈਕ ਪਾਰਟ ਟਾਈਮ ਕੰਮ ਕਰਨਾ। ਹੁਣ ਫਿਰ ਜਿਹੜਾ ਗੌਰਮੈਂਟ ਨੇ 20 ਘੰਟੇ ਵਾਲੀ ਜਿਹੜੀ ਆ ਲਿਮਿਟ ਚੱਕੀ ਆ, ਉਹਦੇ ਨਾਲ ਫਰਕ ਕਾਫੀ ਹੱਦ ਤੱਕ ਪਿਆ ਹੋਊਗਾ, ਚੇਂਜਸ ਆਉਣਗੀਆਂ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਉਹਦੇ ਨਾਲ? ਪੂਰੀਆਂ ਚੇਂਜਸ ਆਉਣਗੀਆਂ ਇਹਦੇ ਨਾਲ, ਕਿਉਂਕਿ ਇਹਦੇ ਵਿੱਚ ਨਾ ਇਹਦੇ ਪਿੱਛੇ ਇੱਕ ਆਰਗੂਮੈਂਟ ਇਹ ਦਿੱਤਾ ਜਾਂਦਾ ਸੀ ਹਮੇਸ਼ਾ ਕਿ ਉਹਨਾਂ ਨੇ ਪੜ੍ਹਨਾ ਨਹੀਂ, ਪਰ ਜਿਨ੍ਹਾਂ ਨੇ ਪੜ੍ਹਨਾ ਉਹ ਪਹਿਲਾਂ ਵੀ ਪੜ੍ਹ ਰਹੇ ਸੀਗੇ, ਹੈ ਨਾ, ਅਤੇ ਜਿਨ੍ਹਾਂ ਨੇ ਹੁਣ ਵੀ ਨਹੀਂ ਪੜ੍ਹਨਾ ਉਹਨਾਂ ਨੇ ਹੁਣ ਵੀ ਨਹੀਂ ਪੜ੍ਹਨਾ। ਲੱਗਦਾ ਇਹਦੇ ਨਾਲ ਐਕਸਪਲੋਇਟੇਸ਼ਨ ਜੇ ਕੋਈ ਥੋੜ੍ਹੀ ਬਹੁਤੀ ਹੁੰਦੀ ਸੀ, ਉਹ 'ਤੇ ਵੀ ਥੋੜ੍ਹੀ ਰੋਕ ਆਊਗੀ, ਘਟੂਗੀ? ਫਰਕ ਜ਼ਰੂਰ ਪਊਗਾ ਜੀ, ਪਰ ਇਹਦੇ ਵਿੱਚ ਨਾਲ ਨਾਲ ਜਿਹੜੀ ਵਿਦਿਆਰਥੀਆਂ ਦੀ ਆਪਣੀ ਜ਼ਿੰਮੇਵਾਰੀ ਆ ਉਹ ਵੀ ਉੱਥੇ ਹੀ ਰਹਿੰਦੀ ਆ ਕਿ ਉਹ ਇਹ ਚੀਜ਼ ਨਾ ਕਰਨ ਕਿ ਅਸੀਂ ਕੈਸ਼ ਪੈਸੇ ਲੈਂਦੇ ਰਹੀਏ ਤਾਂ ਕਿ ਅਸੀਂ ਟੈਕਸ ਬਚਾ ਸਕੀਏ। ਜੇ ਸਰਕਾਰ ਨੇ ਤੁਹਾਨੂੰ ਸਹੂਲਤ ਦਿੱਤੀ ਆ ਇਹ ਵੀ ਤੁਸੀਂ ਵੱਧ ਘੰਟੇ ਕੰਮ ਕਰ ਸਕਦੇ ਹੋ, ਤੁਸੀਂ ਵੀ ਇੱਕ ਨੰਬਰ ਦੇ ਥਰੂ ਜਾਓ, ਲੇਕਿਨ ਫਿਰ ਵੀ ਕਿਸੇ ਦੇ ਨਾਲ ਐਕਸਪਲੋਇਟੇਸ਼ਨ ਹੁੰਦੀ ਆ, ਤੁਹਾਡੇ ਕੋਲ ਸਾਰੇ ਰੂਲਸ ਹੈਗੇ ਨੇ, ਹੈ ਨਾ। ਤੁਸੀਂ ਆਪਣਾ ਜਿਹੜੀ ਕੰਪਲੇਂਟ ਆ ਉਹ ਕਰ ਸਕਦੇ ਹੋ ਜੇਕਰ ਕਿਸੇ ਨਾਲ ਕੋਈ ਹਰਾਸਮੈਂਟ ਹੁੰਦੀ, ਕੋਈ ਕਿਸੇ ਦੇ ਪੈਸੇ ਹਜੇ ਵੀ ਮਾਰ ਰਿਹਾ ਜਾਂ ਕਹਿੰਦਾ ਵੀ ਕੋਈ ਗੱਲ ਨਹੀਂ ਤੂੰ ਕੰਮ ਮੇਰੇ ਕੋਲ ਜ਼ਿਆਦਾ ਘੰਟੇ ਕਰੀ ਚੱਲ, ਪਰ ਮੈਂ ਤੈਨੂੰ ਪੈਸੇ ਆ ਜਿਹੜੇ ਉਹ ਕੈਸ਼ ਦੇ ਦੂੰਗਾ, ਹੈ ਨਾ। ਅੱਛਾ, ਕੀ ਇਸ ਚੀਜ਼ ਦੀ ਕੋਈ ਸੰਸਥਾ ਬਣੀ ਆ, ਕੋਈ ਆਪਣੇ ਭਾਈਚਾਰੇ ਦੇ ਵਿੱਚ ਵੀ ਸੰਸਥਾਵਾਂ ਕੋਈ ਹੈਗੀਆਂ ਨੇ ਜਿਹੜੀਆਂ ਨਵੇਂ ਆਇਆਂ ਬੱਚਿਆਂ ਨੂੰ ਜਾਂ ਹੋਰ ਵੀ ਕੋਈ ਨਵਾਂ ਆਇਆ ਹੋਏ ਜਿਹਨੇ ਜਾਣਕਾਰੀ ਲੈਣੀ ਹੋਏ, ਚਾਹੇ ਕਾਲਜ ਪ੍ਰਤੀ ਹੋਏ? ਇੱਕ ਤਾਂ ਤੁਸੀਂ ਦੱਸਿਆ ਕਿ ਕਾਲਜ ਦੇ ਵਿਦਨ ਸੈਕਸ਼ਨਸ ਬਣੇ ਨੇ, ਹੈ ਨਾ, ਉੱਥੇ ਜਾ ਕੇ ਇੱਕ ਕੋਈ ਇੱਦਾਂ ਭਾਈਚਾਰੇ ਵੱਲੋਂ ਸੁਸਾਇਟੀ ਦੇ ਤੌਰ 'ਤੇ ਕੈਨੇਡਾ ਦੇ ਵਿੱਚ ਕੋਈ ਸੰਸਥਾਵਾਂ ਹੋਣ ਜਿੱਥੋਂ ਜਾ ਕੇ, ਜਾਂ ਕੋਈ ਆਨਲਾਈਨ ਪੇਜ ਇਹੋ ਜਿਹੀਆਂ ਚੀਜ਼ਾਂ ਹੋਣ ਜਿੱਥੋਂ ਜਾ ਕੇ ਬੱਚੇ ਜਾਣਕਾਰੀ ਲੈ ਸਕਣ ਵੀ ਕੰਮ ਕਿੱਥੋਂ ਲੱਭਣਾ, ਬੇਸਮੈਂਟਸ ਕਿੱਥੋਂ ਲੱਭਣੀਆਂ, ਬਾਕੀ ਹੋਰ ਸਾਰੀਆਂ ਚੀਜ਼ਾਂ ਰਹਿਣ ਲਾਇਕ, ਆਉਣ ਜਾਣ ਲਾਇਕ, ਉਹਦੇ ਬਾਰੇ ਕਿੱਥੋਂ ਪਤਾ ਲੱਗ ਸਕਦਾ? ਕੋਈ ਹੈ ਇੱਦਾਂ ਦੀ ਕੋਈ ਸਪੈਸੀਫਿਕ ਸੁਸਾਇਟੀ ਤਾਂ ਨਹੀਂ ਹੈਗੀ, ਬਟ ਕਹਿ ਲਓ ਕਿ ਹੱਕਾਂ ਲਈ ਲੜਨ ਵਾਸਤੇ ਹੁਣ ਜਿੱਦਾਂ ਇੱਕ ਟੋਰਾਂਟੋ 'ਚ ਬਹੁਤ ਸੋਹਣਾ ਇਨੀਸ਼ੀਏਟਿਵ ਸ਼ੁਰੂ ਹੋਇਆ, ਨੌਜਵਾਨ ਸਪੋਰਟ ਏਕਤਾ ਨੈਟਵਰਕ ਕਰਕੇ, ਮੇ ਵੀ ਜੇ ਤੁਹਾਨੂੰ ਪਤਾ ਹੋਵੇ,
ਤੇ ਉਹ ਬੇਸਿਕਲੀ ਜੇ ਕਿਸੇ ਨਾਲ ਹਰਾਸਮੈਂਟ ਹੁੰਦੀ ਹੈ, ਕਿਸੇ ਦੇ ਪੈਸੇ ਦੱਬੇ ਜਾਂਦੇ ਆ, ਤਾਂ ਉਹ ਐਜ਼ ਕਹਿ ਲਓ ਕਿ ਗਰੁੱਪ ਐਜ਼ ਅ ਕਮਿਊਨਿਟੀ ਆ, ਜਿਵੇਂ ਸਟੂਡੈਂਟਸ ਦੀ ਜਾਂ ਇਮੀਗ੍ਰੈਂਟਸ ਦੀ, ਉਹ ਇਕੱਠੇ ਹੋ ਕੇ ਇਸ ਚੀਜ਼ ਦੇ ਖਿਲਾਫ ਲੜਦੇ ਆ, ਇਕੱਠੇ ਜਾਂਦੇ ਆ ਤਾਂ ਇਕੱਠੇ ਕਹਿ ਲਓ ਕਿ ਉਹਦੇ ਖਿਲਾਫ ਕੇਸ ਵੀ ਕਰਦੇ ਆ, ਪਰ ਉਹ ਇਕੱਲੇ ਕਦੇ ਵੀ ਇਹਦੇ ਬਾਰੇ ਉਹ ਨਹੀਂ ਕਰਦੇ। ਸੋ ਬੇਸਿਕਲੀ ਐਜ਼ ਅ ਕਮਿਊਨਿਟੀ ਜਦੋਂ ਉਹ ਇਕੱਠੇ ਹੁੰਦੇ ਆ, ਸੋ ਇੱਦਾਂ ਦੀ ਸੁਸਾਇਟੀਜ਼ ਓਵਰਆਲ ਕੈਨੇਡਾ ਹਲੇ ਤਾਂ ਨਹੀਂ ਹੈਗੀਆਂ, ਬਟ ਟੋਰਾਂਟੋ 'ਚ ਇੱਕ ਇਨੀਸ਼ੀਏਟਿਵ ਸ਼ੁਰੂ ਹੋਇਆ, ਸੋ ਮੈਨੂੰ ਲੱਗਦਾ ਹੋਪਫੁਲੀ ਅੱਗੇ ਤੇ ਆਉਣ। ਅੱਛਾ, ਕਈ ਵਾਰੀ ਗੁਰਵੀਰ ਇਹ ਵੀ ਹੁੰਦਾ ਹੈ ਕਿ ਸੁਸਾਇਟੀਜ਼ ਹੁੰਦੀਆਂ ਪਰ ਉਹਨਾਂ ਦਾ ਦਾਇਰਾ ਛੋਟਾ ਹੁੰਦਾ, ਉਸ ਲੈਵਲ ਤੇ ਪਤਾ ਨਹੀਂ ਹੁੰਦਾ ਵੱਡੇ ਲੈਵਲ ਤੱਕ ਲੋਕਾਂ ਨੂੰ ਜ਼ਿਆਦਾ ਲੋਕਾਂ ਤੱਕ, ਬੱਚਿਆਂ ਤੱਕ ਪਹੁੰਚ ਨਹੀਂ ਉਹਦੀ ਹੁੰਦੀ। ਤੁਸੀਂ ਕੁਝ ਕਹਿਣਾ ਚਾਹੁੰਦੇ ਸੀ ਨਾਲ ਜੀ? ਇਹਦੇ 'ਚ ਆਪਣੀ ਵਿਦਿਆਰਥੀ ਸੰਸਥਾ ਪਿਛਲੇ 3 ਸਾਲ ਤੋਂ ਥਰੂ ਆਊਟ ਕੈਨੇਡਾ ਕੰਮ ਕਰ ਰਹੀ ਹੈ ਜੀ, ਟੀਮ ਵੀ ਕੇਅਰ ਕੈਨੇਡਾ। ਕਿਸੇ ਨੂੰ ਵੀ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਆਉਂਦੀ ਆ, ਆਉਣ ਤੋਂ ਪਹਿਲਾਂ ਆਉਂਦੀ ਆ ਜਾਂ ਇੱਥੇ ਜਾ ਕੇ ਆਉਂਦੀ ਆ, ਤਾਂ ਉਹ ਆਪਣੇ ਤੱਕ ਜਿਹੜੀ ਪਹੁੰਚ ਆ ਉਹ ਕਰ ਸਕਦਾ। ਇਹਦੇ ਲਈ ਆਪਣਾ ਇੱਕ ਫੇਸਬੁੱਕ ਗਰੁੱਪ ਹੈ ਜੀ, ਸੋ ਤੁਸੀਂ ਸਰਚ ਕਰ ਸਕਦੇ ਹੋ ਟੀਮ ਵੀ ਕੇਅਰ ਕੈਨੇਡਾ। ਕੋਈ ਵੀ ਤੁਹਾਡੀ ਕੁਐਰੀ ਆ, ਜੇਕਰ ਤੁਸੀਂ ਉੱਥੇ ਪਬਲਿਕਲੀ ਪੋਸਟ ਕਰਨੀ ਚਾਹੁੰਦੇ, ਪਬਲਿਕ ਵੀ ਪੋਸਟ ਕਰ ਸਕਦੇ ਹੋ। ਅਦਰਵਾਈਜ਼ ਤੁਸੀਂ ਉੱਥੇ ਰਿਕੁਐਸਟ ਭੇਜੋ ਐਜ਼ ਐਨ ਐਡਮਿਨ। ਸਾਡੀ ਜਿਹੜੀ ਐਡਮਿਨ ਟੀਮ ਆ ਉਹ ਤੁਹਾਡੀ ਰਿਕੁਐਸਟ ਦੇਖੂਗੀ ਤਾਂ ਤੁਹਾਨੂੰ ਫਿਰ ਪ੍ਰਾਈਵੇਟ ਜਿਹੜੀ ਅਪਰੋਚ ਆ ਉਹ ਵੀ ਕਰ ਸਕਦੇ ਆ। ਅੱਛਾ, ਅੱਜ ਕੱਲ੍ਹ ਦੇਖਣ ਨੂੰ ਮਿਲਦਾ ਇੰਸਟਾਗ੍ਰਾਮ ਦੇ ਉੱਤੇ ਵੀ ਬਹੁਤ ਸਾਰੇ ਪੇਜਿਸ ਬੱਚਿਆਂ ਵੱਲੋਂ ਹੁਣ ਬਣਾਏ ਗਏ ਨੇ, ਉੱਥੇ ਦੇਖੀਦਾ ਕਿ ਬੇਸਮੈਂਟਾਂ ਦੀ ਐਡ ਪਈ ਹੁੰਦੀ, ਕੰਮ ਦੀ ਕਈ ਵਾਰੀ ਪਈ ਹੁੰਦੀ ਆ। ਹਾਂ, ਚਾਹੇ ਉਹ ਅਥੈਂਟਿਕ ਕਿੰਨੇ ਨਹੀਂ, ਕਿੰਨੇ ਇਹ ਉਹਨਾਂ ਦੇ ਨਾਲ ਜਿਹੜੇ ਡੀਲ ਕਰਦੇ ਉਹ ਜਾਣਦੇ ਹੋਣਗੇ, ਪਰ ਬਹੁਤ ਸਾਰੇ ਇੱਦਾਂ ਵੀ ਵੇਖਣ ਆਉਂਦੇ ਨੇ ਤੇ ਬੱਚਿਆਂ ਨੂੰ ਉੱਥੋਂ ਹੈਲਪ ਵੀ ਹੁੰਦੀਆਂ ਨੇ। ਉਹ ਨੋ ਡਾਊਟ ਇੱਕ ਬਹੁਤ ਵੱਡਾ ਪਲੇਟਫਾਰਮ ਨਹੀਂ ਹੈਗਾ ਵੀ ਜਿੱਥੇ ਸਾਰੇ ਇੱਕ ਛੱਤ ਹੇਠ ਆ ਸਕਣ, ਉਹਨਾਂ ਚੀਜ਼ਾਂ ਦੀ ਵੀ ਮਦਦ ਮਿਲਦੀ ਨਾਲ ਥੋੜੀ ਬਹੁਤ। ਹਾਂਜੀ, ਲਾਈਕ ਮੈਂ ਹੁਣ ਇੰਸਟਾਗ੍ਰਾਮ ਚਲਾਉਂਦੀ ਹਾਂ ਤੇ ਉੱਥੇ ਕਾਫੀ ਪੇਜਿਸ ਆ, ਜਿਵੇਂ ਸਰੀ ਕੈਨੇਡਾ, ਲਾਈਕ ਕਾਲਜਸ ਦੇ ਨਾਮ ਤੋਂ ਬਣਾਈਆਂ ਗਈਆਂ ਆ, ਸਰੀ ਜੰਕਸ਼ਨ, ਲਾਈਕ ਸੋ ਫਾਰ ਮੈਂ ਇੰਨੀਆਂ ਦੇਖੀਆਂ। ਤੇ ਉੱਥੇ ਲਾਈਕ ਉਹਨਾਂ ਨੇ ਪੋਸਟ ਪਾਉਂਦੇ ਰਹਿੰਦੇ ਲਾਈਕ ਰੈਗੂਲਰ ਬੇਸਿਸ ਤੇ ਕਿ ਅੱਜ ਇੱਥੇ ਕੰਮ ਆ, ਤੁਸੀਂ ਇੱਥੇ ਜਾ ਸਕਦੇ ਆ, ਇੰਨੀ ਲਾਈਕ ਬੇਸਮੈਂਟ ਅਵੇਲੇਬਲ ਆ। ਸੋ ਉੱਥੇ ਬੇਸਮੈਂਟ ਦੇ ਰਿਲੇਟਡ, ਕੰਮ ਦੇ ਰਿਲੇਟਡ ਸਾਰਾ ਕੁਝ ਉੱਥੇ ਪਾਉਂਦੇ ਰਹਿੰਦੇ ਆ ਲਾਈਕ ਰੈਗੂਲਰ ਬੇਸਿਸ ਤੇ। ਬਿਲਕੁਲ ਠੀਕ ਹੈ। ਅੱਛਾ, ਇਹ ਫਿਰ ਜਦੋਂ ਆਪਾਂ ਹੁਣ ਚਲੋ ਕਾਲਜ ਉੱਥੋਂ ਲੈ ਲਿਆ, ਉਸ ਤੋਂ ਬਾਅਦ ਇੱਥੇ ਆ ਕੇ ਕੋਰਸ ਵੀ ਲੈ ਲਿਆ, ਉਹਦੇ ਵੀ ਤੁਸੀਂ ਦੱਸਿਆ ਕਿ ਚਲੋ ਬਾਕੀ ਸੰਸਥਾਵਾਂ ਵੀ ਹੈਗੀਆਂ, ਕਾਲਜ ਤੋਂ ਵੀ ਜਾਣਕਾਰੀ ਮਿਲ ਸਕਦੀ ਹੈ। ਫਿਰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਮੱਸਿਆ ਹੁੰਦੀ ਕਿ ਬਈ ਹੁਣ ਪੱਕਿਆਂ ਹੋਣਾ, ਹੁਣ PR ਲੈਣੀ ਆ। ਹੁਣ PR ਵਾਸਤੇ ਕਿੱਦਾਂ ਬੈਸਟ ਤਰੀਕਾ ਤੁਸੀਂ ਮੰਨਦੇ ਹੋ ਵੀ ਕਿਹਦੇ ਕੋਲ ਅਪਰੋਚ ਕੀਤੀ ਜਾ ਸਕਦੀ ਹੈ? ਕੀ ਕਿਸੇ ਕੰਸਲਟੈਂਟ ਨਾਲ ਸਲਾਹ ਕੀਤੀ ਜਾ ਸਕਦੀ ਆ, ਜਾਂ ਫਿਰ ਕਾਲਜ 'ਚ ਵੀ ਇਹਦੀ ਕੋਈ ਹੈਲਪ ਮਿਲਦੀ ਹੈ, ਕਿ ਜਾਂ ਫਿਰ ਕਿੱਥੋਂ ਇਹਦੇ ਬਾਰੇ ਪੜ੍ਹਿਆ ਲਿਖਿਆ ਜਾ ਸਕਦਾ ਜਾਂ ਜਾਣਕਾਰੀ ਲਈ ਜਾ ਸਕਦੀ ਹੈ? ਜਦੋਂ ਆਪਾਂ ਕੈਨੇਡਾ ਆਉਣੇ, ਜਿਹੜੀ ਆਪਣੀ ਪਹਿਲੀ ਜੌਬ ਆ, ਉਦੋਂ ਚਲੋ ਆਪਣੇ ਕੋਲ ਜ਼ਿਆਦਾਤਰ ਵਿਦਿਆਰਥੀਆਂ ਕੋਲ ਜਿਹੜੇ ਪੰਜਾਬ ਤੋਂ ਆਉਂਦੇ ਆ, ਮੰਨ ਲਓ ਖਾਸ ਤੌਰ 'ਤੇ ਉਹਨਾਂ ਕੋਲ ਤਜਰਬਾ ਨਹੀਂ ਹੁੰਦਾ, ਤਾਂ ਉਹ ਮੁਸ਼ਕਿਲ ਹੁੰਦੀ। ਉਦੋਂ ਹੁੰਦਾ ਵੀ ਜੋ ਵੀ ਚਲੋ ਜੌਬ ਇੱਕ ਵਾਰੀ ਮਿਲਦੀ ਉਹ ਤੁਸੀਂ ਉਹ ਕਰਨ ਲੱਗ ਜਾਓ। ਪਰ ਜਦੋਂ ਤੁਸੀਂ ਪੜ੍ਹ ਰਹੇ ਹੋ, ਤੁਹਾਡੇ ਕੋਲ 2 ਸਾਲਾਂ ਦਾ ਸਮਾਂ, ਉਹ 2 ਸਾਲਾਂ ਦੇ ਵਿੱਚ ਇੱਕ ਜਿਹੜੀ ਚੀਜ਼ ਦੀ ਅਸੀਂ ਕਮੀ ਦੇਖਦੇ ਹਾਂ ਨਾ, ਜਿਹਦੇ ਆਪਣੇ ਵਿਦਿਆਰਥੀਆਂ ਨੂੰ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ, ਉਹ ਆਪਣੇ ਸਕਿੱਲ ਸੈੱਟ ਦੇ ਉੱਪਰ ਹੈ ਰੈਦਰ ਦੈਨ ਕਿ ਜੌਬ ਪੋਜੀਸ਼ਨ ਦੇ ਨਾਲੋਂ। ਕਿਉਂਕਿ ਐਟ ਦੀ ਐਂਡ ਵੀ ਜਦੋਂ ਪੜ੍ਹਾਈ ਵੀ ਪੂਰੀ ਹੁੰਦੀ ਹੈ, ਉਹ ਐਂਡ ਤੇ ਫਿਰ ਉਹ ਸਿਰਫ ਇਹ ਲੱਭਦਾ ਕਿ ਸਾਨੂੰ ਸੁਪਰਵਾਈਜ਼ਰ ਦੀ ਪੋਜੀਸ਼ਨ ਦਵਾ ਦਿਓ, ਕਿਹੜੇ ਫੀਲਡ ਦੇ ਵਿੱਚ, ਕਿਸੇ ਦੇ ਵਿੱਚ ਮਰਜ਼ੀ। ਸੋ ਉਹਦੇ ਨਾਲ ਹੋਣਾ ਕੀ ਚਾਹੀਦਾ ਵੀ ਜੇਕਰ ਤੁਸੀਂ ਜਿਹੜੇ ਪਹਿਲੇ 2 ਸਾਲ 3 ਸਾਲ ਜਿੰਨਾ ਟਾਈਮ ਤੁਸੀਂ ਪੜ੍ਹੇ ਹੋ, ਜੇਕਰ ਤੁਸੀਂ ਆਪਣੇ ਸਕਿੱਲ ਸੈੱਟ ਦੇ ਉੱਪਰ ਕੰਮ ਕੀਤਾ, ਆਪਣੇ ਉਹ ਰੈਜ਼ੂਮੇ ਦੇ ਵਿੱਚ ਤੁਸੀਂ ਵਧੀਆ ਦਿਖਾ ਰਹੇ ਹੋ, ਇੱਥੇ ਬਹੁਤ ਸਾਰੀਆਂ ਤੁਹਾਡੇ ਕੋਲ ਜੌਬ ਅਪਰਚੁਨਿਟੀਜ਼ ਹੈਗੀਆਂ ਨੇ। ਤੇ ਇਹ ਚੀਜ਼ ਮਤਲਬ ਮੈਂ ਆਪਣੇ ਨਾਲ ਪ੍ਰੈਕਟੀਕਲੀ ਕੀਤੀ ਸੀ ਕਿ ਜਦੋਂ ਮੇਰੀ ਪੜ੍ਹਾਈ ਖਤਮ ਹੋਈ ਸੀ, ਮੈਂ ਖੁਦ 2 ਕੰਪਨੀਆਂ ਨਾਲ ਮੇਰੀ ਇੰਟਰਵਿਊ ਹੋਈ ਸੀ ਤੇ ਦੋਨਾਂ 'ਚੋਂ ਮੈਂ ਚੁਣਿਆ ਸੀ ਵੀ ਮੈਂ ਕਿਹਦੇ ਨਾਲ ਕੰਮ ਕਰਨਾ। ਕਿਉਂ? ਕਾਰਨ ਕੀ ਹੈ? ਕਿਉਂਕਿ ਮੈਂ ਉਹਨਾਂ ਨੂੰ ਆਪਣਾ ਜਿਹੜਾ ਸਕਿੱਲ ਸੈੱਟ ਆ ਉਹ ਦਿਖਾ ਸਕਿਆ ਸੀਗਾ ਕਿ ਦਿਸ ਇਜ਼ ਜਿਹੜੀ ਚੀਜ਼ ਆ ਮੈਂ ਉਹ ਟੇਬਲ ਤੇ ਲੈ ਕੇ ਆਊਂਗਾ, ਤੁਸੀਂ ਦੱਸੋ, ਹੈ ਨਾ। ਤਾਂ 2 ਕੰਪਨੀਆਂ ਤੋਂ ਮੈਨੂੰ ਆਫਰ ਆਈ ਸੀਗੀ। ਤਾਂ ਉਹ ਜਿਹੜਾ ਮੇਨ ਕੰਮ ਹੈ ਜਿੱਥੇ ਵਿਦਿਆਰਥੀਆਂ ਨੂੰ ਕੰਮ ਕਰਨਾ ਚਾਹੀਦਾ ਜਦੋਂ ਉਹ ਪੜ੍ਹ ਰਹੇ ਨੇ, ਆਪਣੇ ਸਕਿੱਲ ਸੈੱਟ ਦੇ ਉੱਪਰ ਹੈ ਕਿ ਅਸੀਂ ਸਾਡੇ ਕੋਲ ਆ ਸਕਿੱਲ ਹੈ, ਤੇ ਕੰਸਲਟੈਂਸੀ ਕੋਲੇ ਜਿਹੜਾ ਹੈਗਾ ਉਹ ਨਾ ਜਾਇਆ ਜਾਵੇ, ਕਿਉਂਕਿ ਉੱਥੇ ਦਾ ਫਿਰ ਸੌਦੇ ਹੀ ਹੁੰਦੇ ਆ, ਇੰਨੇ ਪੈਸਿਆਂ ਦੇ ਵਿੱਚ ਆਹ ਪੋਜੀਸ਼ਨ ਆ ਜਿਹੜੀ ਉਹ ਵੇਚੀ ਜਾਊਗੀ ਤੇ ਉਹ ਖਰੀਦੀ ਜਾਊਗੀ। ਅੱਛਾ, ਤੁਸੀਂ ਕੁਝ ਜੋੜਨਾ ਚਾਹੁੰਦੇ ਨਾਲ? ਹਾਂਜੀ, ਜਿਵੇਂ ਕਿ ਵੀਰ ਜੀ ਨੇ ਕਿਹਾ ਕਿ ਆਪਣਾ ਸਕਿੱਲ ਸੈੱਟ ਬਣਾਉਣਾ, ਹੁਣ ਮੈਨੂੰ ਇੱਥੇ ਆਈ ਨੂੰ ਸਿਰਫ 2 ਸਾਲ ਹੋਏ ਆ, ਤੇ ਮੈਂ ਇੱਕ ਚੀਜ਼ ਸਿੱਖੀ ਹੈ ਕਿ ਜਦੋਂ ਤੁਹਾਡੀ ਵੈਲਿਊ ਬਣ ਜਾਂਦੀ ਹੈ, ਜੋ ਤੁਹਾਡੀ ਵੈਲਿਊ ਬਣ ਗਈ ਹੈ ਨਾ, ਤੁਹਾਨੂੰ ਹਰ ਕੋਈ ਆਪ ਚਾਹੁੰਦਾ ਹੈ ਕਿ ਤੁਸੀਂ ਉਹਨਾਂ ਦੀ ਆਰਗੇਨਾਈਜੇਸ਼ਨ 'ਚ ਕੰਮ ਕਰੋ। ਜਿਵੇਂ ਕਿ ਮੈਂ ਸਟਾਰਟ ਕੀਤਾ ਸੀਗਾ ਐਜ਼ ਅ ਕੈਸ਼ੀਅਰ, ਪਰ ਮੈਂ ਆਪਣੇ ਨਾਲ ਕਨੈਕਸ਼ਨ ਬਣਾਉਂਦੀ ਰਹੀ, ਮੈਂ ਆਪਣੇ ਲਿੰਕਸ ਬਣਾਉਂਦੀ ਰਹੀ, ਜਿੱਥੇ ਮੇਰਾ ਲਾਈਕ ਪੈਸ਼ਨ ਸੀਗਾ ਕਿ ਮੈਂ ਆਹ ਚੀਜ਼ ਕਰਨਾ ਚਾਹੁੰਦੀ ਹਾਂ। ਉਸ ਆਰਗੇਨਾਈਜੇਸ਼ਨ 'ਚ ਐਂਟਰ ਕਰਨ ਲਈ ਤੁਹਾਨੂੰ ਆਪਣਾ ਸਕਿੱਲ, ਕੌਨਫੀਡੈਂਸ ਤੇ ਤੁਹਾਨੂੰ ਆਪਣਾ ਲਾਈਕ ਇੱਕ ਰੈਜ਼ੂਮੇ ਵਧੀਆ ਬਿਲਡ ਕਰਨਾ ਪੈਂਦਾ ਆ। ਬਸ ਲੋੜ ਆ ਉਸ ਆਰਗੇਨਾਈਜੇਸ਼ਨ 'ਚ ਐਂਟਰ ਕਰਨ ਦੀ, ਬਾਅਦ 'ਚ ਤੁਹਾਡਾ ਆਪੇ ਐਕਸਪੀਰੀਅੰਸ ਬਣਦਾ ਆ, ਤੁਸੀਂ ਆਪੇ ਸਿੱਖਦੇ ਆ। ਬਸ ਤੁਹਾਨੂੰ ਲਾਈਕ ਉੱਥੇ ਸਟੱਕ ਨਹੀਂ ਹੋਣਾ ਹੈਗਾ, ਬਸ ਗਰੋ ਕਰਨ ਬਾਰੇ ਸੋਚਣਾ ਹੈ ਕਿ ਮੈਂ ਅੱਜ ਇੱਥੇ ਹਾਂ ਅਤੇ ਮੈਂ ਅੱਗੇ ਕਿਵੇਂ ਗਰੋ ਕਰਾਂ, ਕਿਵੇਂ ਮੈਂ ਆਪਣੀ ਵੈਲਿਊ ਬਣਾਵਾਂ। ਜੋ ਤੁਹਾਡੀ ਵੈਲਿਊ ਬਣ ਗਈ, ਤੁਹਾਨੂੰ ਆਪ ਕੰਮ ਆ ਕੇ ਪੁੱਛਦਾ, ਨਾ ਕਿ ਤੁਹਾਨੂੰ ਲੱਭਣਾ ਪੈਂਦਾ ਆ। ਇਹ ਚੀਜ਼ ਸਿੱਖੀ ਆ ਮੈਂ ਇੱਥੇ ਆ ਕੇ। ਅੱਛਾ, ਅਖੀਰ ਤੇ ਜਾਂਦੇ ਆ, ਕੋਈ ਤੁਸੀਂ ਪੁਰਾਣੇ ਆਏ ਹੋ, ਨਵੇਂ ਆਉਣ ਵਾਲੇ ਬੱਚਿਆਂ ਨੂੰ ਤੁਹਾਡੀ ਇੱਕ ਸਲਾਹ ਕੀ ਆ ਵੀ ਜਿਹੜੀ ਤੁਹਾਨੂੰ ਲੱਗਦਾ ਵੀ ਬਈ ਇਸ ਪਾਸਿਓਂ ਨਹੀਂ ਖਿੱਚਣਾ, ਇਸ ਪਾਸਿਓਂ ਨਹੀਂ ਤੁਸੀਂ ਕਿਸੇ ਤਰੀਕੇ ਨਾਲ ਕੋਈ ਕਸਰ ਛੱਡਣੀ, ਬਾਕੀ ਸਾਰਾ ਕੁਝ ਹੋ ਜਾਊਗਾ? ਨਵਿਆਂ ਨੂੰ ਕੋਈ ਸਲਾਹ?
ਸਕਿੱਲ ਸੈਟਸ ਹੀ ਆ। ਕਦੇ ਵੀ ਇਹ ਨਾ ਸੋਚੋ ਕਿ ਹਾਂ ਵੀ ਅਸੀਂ ਸਿਰਫ PR ਲੈਣੀ ਆ। PR ਤੱਕ ਹੋ ਜਾਂਦੇ ਆ, PR ਤੋਂ ਬਾਅਦ ਤੁਸੀਂ ਕੀ ਕਰਨਾ, ਫਿਰ ਜਦੋਂ ਸੋਚਣਾ ਸ਼ੁਰੂ ਕਰਦੇ ਆ ਫਿਰ ਸੋਚਦੇ ਆ ਵੀ ਇੰਨੇ ਸਾਲ ਅਸੀਂ ਕੱਢਦੇ ਆ, 3 ਸਾਲ ਵਰਕ ਪਰਮਿਟ ਤੇ 2 ਸਾਲ ਪੜ੍ਹਾਈ ਦੇ, ਜੇ ਇਹਨਾਂ ਸਾਲਾਂ 'ਚ ਅਸੀਂ ਕੁਝ ਕੀਤਾ ਹੁੰਦਾ ਤਾਂ ਹੁਣ ਸਾਡੇ ਕੋਲ ਕੋਈ ਸਟੇਬਲ ਜੌਬ ਹੁੰਦੀ ਜਾਂ ਐਟਲੀਸਟ ਅਸੀਂ ਆਪਣਾ ਬਿਜ਼ਨਸ ਕਰਨ ਜੋਗੇ ਹੁੰਦੇ, ਕੁਝ ਕਰਨ ਜੋਗੇ ਹੁੰਦੇ ਲਾਈਫ ਪ੍ਰਤੀ। ਸੋ ਤੁਸੀਂ ਆਪਣਾ ਲਾਈਫ ਵਾਈਜ਼ ਸੋਚੋ। ਜਿਹੜੀ PR ਆ ਇਟ ਵਿਲ ਫੋਲੋ ਯੂ, ਜਿਹੜਾ ਵਰਕ ਪਰਮਿਟ ਆ ਉਹ ਵੀ ਤੁਸੀਂ ਪੜ੍ਹਾਈ ਪੂਰੀ ਕਰ ਹੀ ਲੈਣੀ ਆ। ਸੋ ਯੋਰ ਵਰਕ ਪਰਮਿਟ ਵਿਲ ਫੋਲੋ ਯੂ, ਯੋਰ PR ਵਿਲ ਫੋਲੋ ਯੂ। ਐਂਡ ਜੇ ਤੁਹਾਡੇ ਪੈਸ਼ਨ ਆ ਜਾਂ ਤੁਸੀਂ ਕਿਸੇ ਚੀਜ਼ ਤੇ ਐਜ਼ ਅ ਸਕਿੱਲ ਸੈਟ ਤੁਸੀਂ ਮਿਹਨਤ ਕਰ ਰਹੇ ਆ ਤਾਂ ਤੁਹਾਨੂੰ ਕਿਸੇ ਵੀ ਪੱਖ ਤੋਂ ਦਿੱਕਤ ਤਾਂ ਆ ਨਹੀਂ ਸਕਦੀ। ਬਿਲਕੁਲ ਠੀਕ। ਤੁਸੀਂ ਮੌਜੂਦ ਕੁਝ ਫਾਈਨਲ ਤੁਹਾਡੀ ਕੀ ਸਲਾਹ ਹੈ, ਖਾਸ ਕਰਕੇ ਕੁੜੀਆਂ ਨੂੰ ਵੀ ਜੋ ਉਸ ਪੱਖ ਤੋਂ ਵੀ ਵੇਖਿਆ ਜਾਏ, ਕਿਉਂਕਿ ਉਹਨਾਂ ਦੀਆਂ ਇੱਕ ਅਲੱਗ ਸਮੱਸਿਆਵਾਂ ਹੁੰਦੀਆਂ ਨੇ, ਅਲੱਗ ਦਿੱਕਤਾਂ ਵੀ ਕੁਝ ਨਾਲ ਜ਼ਿੰਦਗੀ 'ਚ ਜਿਹੜੀਆਂ ਉਹ ਫੇਸ ਕਰਦੀਆਂ ਨੇ, ਉਹਨਾਂ ਬਾਬਤ ਕੀ ਸਲਾਹ? ਹਾਂਜੀ, ਜਿਵੇਂ ਕਿ ਮੈਂ ਕਾਲਜ 'ਚ ਕੰਮ ਕਰਦੀ ਹਾਂ ਅਤੇ ਮੈਨੂੰ ਲਾਈਕ ਕਾਫੀ ਇੱਦਾਂ ਦੇ ਕੇਸਿਸ ਆਉਂਦੇ, ਕੁੜੀਆਂ ਆਉਂਦੇ ਮੇਰੇ ਕੋਲ ਕਿ ਲਾਈਕ ਸਾਨੂੰ ਘਰੋਂ ਬਹੁਤ ਪਿੱਛੋਂ ਪ੍ਰੈਸ਼ਰ ਆ, ਲਾਈਕ ਯੂ ਨੋ ਇੱਕ ਮੈਂਟਲ ਹੈਲਥ ਇਸ਼ੂ ਬਹੁਤ ਆਉਣ ਡਿਆ ਹੈ ਇੱਥੇ। ਮੈਂ ਚਾਹੁੰਦੀ ਹਾਂ ਕਿ ਤੁਸੀਂ ਪਹਿਲਾਂ ਹੀ ਲਾਈਕ ਕੈਨੇਡਾ ਆਉਣ ਤੋਂ ਪਹਿਲਾਂ ਇੱਕ ਆਪਣੇ ਆਪ ਨੂੰ ਪ੍ਰੀਪੇਅਰ ਕਰਕੇ ਆਓ ਕਿ ਤੁਸੀਂ ਉੱਥੇ ਜਾ ਕੇ ਆਹ ਚੀਜ਼ਾਂ ਨੂੰ ਫੇਸ ਕਰੋਗੇ, ਤੁਸੀਂ ਇੱਕ ਇਕੱਲੇਪਨ ਨੂੰ ਫੇਸ ਕਰੋਗੇ, ਕਿਉਂਕਿ ਤੁਹਾਡੇ ਇੱਥੇ ਆ ਕੇ ਕੋਈ ਵੀ ਫਰੈਂਡ ਨਹੀਂ ਹੁੰਦਾ। ਜਿਨ੍ਹਾਂ ਦੇ ਤਾਂ ਰਿਲੇਟਿਵਸ ਹੁੰਦੇ ਆ ਉਹਨਾਂ ਨੂੰ ਤਾਂ ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਆਉਂਦੀ, ਪਰ ਜਿਨ੍ਹਾਂ ਦੇ ਇੱਥੇ ਕੋਈ ਰਿਲੇਟਿਵ ਨਹੀਂ ਹੈਗਾ, ਕੋਈ ਫਰੈਂਡ ਨਹੀਂ ਹੈਗਾ, ਉਹ ਪਹਿਲਾਂ ਹੀ ਪ੍ਰੀਪੇਅਰ ਹੋ ਕੇ ਆਉਣ ਕਿ ਉੱਥੇ ਜਾ ਕੇ ਅਸੀਂ ਲਾਈਕ ਫਰੈਂਡ ਸਰਕਲ ਬਣਾਉਣਾ ਆ, ਅਸੀਂ ਇੱਕ ਵਧੀਆ ਲੋਕਾਂ ਦੇ ਨਾਲ ਬਹਿਣਾ ਉੱਠਣਾ ਆ, ਅਸੀਂ ਵਧੀਆ ਲੋਕਾਂ ਨੂੰ ਆਪਣੇ ਲਾਈਕ ਫਰੈਂਡ ਸਰਕਲ 'ਚ ਰੱਖਣਾ ਹੈ ਤਾਂ ਕਿ ਅਸੀਂ ਇੱਕ ਲਾਈਕ ਜਿਸ ਟਾਈਮ 'ਤੇ ਸਾਨੂੰ ਲਾਈਕ ਲੋੜ ਆ ਕੁਛ ਸ਼ੇਅਰ ਕਰਨ ਦੀ, ਕੁਛ ਵੀ ਆਪਣੇ ਲਾਈਕ ਜੇ ਅਸੀਂ ਅੰਦਰ ਰੱਖਾਂਗੇ ਤਾਂ ਅਸੀਂ ਉਹਨੂੰ ਸਫਰ ਕਰਾਂਗੇ। ਸੋ ਜੇ ਇੱਥੇ ਆ ਕੇ ਇੱਕੋ ਚੀਜ਼ ਇਹ ਆ ਕਿ ਆਪਣੀ ਮੈਂਟਲ ਹੈਲਥ 'ਤੇ ਜ਼ਿਆਦਾ ਫੋਕਸ ਕਰਨਾ ਆ, ਕੰਮ ਅਤੇ ਪੜ੍ਹਾਈ ਦੇ ਨਾਲ ਨਾਲ ਤੁਸੀਂ ਆਪਣੇ ਆਪ ਲਈ ਵੀ ਟਾਈਮ ਕੱਢਣਾ ਆ। ਜੇ ਤੁਸੀਂ ਆਪਣੇ ਆਪ ਲਈ ਟਾਈਮ ਕੱਢੋਗੇ, ਤੁਸੀਂ ਆਪਣੇ ਆਪ ਨੂੰ ਜਾਣੋਗੇ, ਤੁਹਾਡੇ ਵਿੱਚ ਤੁਹਾਡਾ ਕੀ ਪੈਸ਼ਨ ਆ, ਤੁਸੀਂ ਕੀ ਪਸੰਦ ਕਰਦੇ ਆ, ਤੁਸੀਂ ਉਹਦੇ ਉੱਤੇ ਹੋਰ ਕੰਮ ਕਰੋਗੇ ਅਤੇ ਤੁਹਾਨੂੰ ਇਕੱਲਾਪਣ ਨਹੀਂ ਮਹਿਸੂਸ ਹੋਊਗਾ। ਤੁਸੀਂ ਆ ਡਿਪਰੈਸ਼ਨ ਵਰਗੀਆਂ, ਐਨਜ਼ਾਈਟੀ ਵਰਗੀ ਬਿਮਾਰੀਆਂ ਤੋਂ ਦੂਰ ਰਹੋਗੇ। ਤੁਸੀਂ ਬਸ ਤੁਹਾਨੂੰ ਲੋੜ ਆ ਇੱਕ ਆਪਣੇ ਆਪ ਨੂੰ ਜਾਣਨ ਦੀ ਅਤੇ ਆਪਣੇ ਇੱਕ ਗੁੱਡ ਸਰਕਲ ਵਿੱਚ ਰਹਿਣ ਦੀ। ਤੁਹਾਡੀ ਕੀ ਸਲਾਹ ਜੀ? ਸਹੀ ਬੰਦੇ ਤੋਂ ਸਹੀ ਸਲਾਹ ਲਈ ਜਾਵੇ ਜੀ। ਜਦੋਂ ਤੁਸੀਂ ਕੋਰਸ ਚੁਣਨਾ ਉਦੋਂ ਵੀ ਜੋ ਤੁਸੀਂ ਕਿਸੇ 1 ਜਾਂ 2 ਇਮੀਗ੍ਰੇਸ਼ਨ ਵਾਲੇ ਕੋਲ ਜਾ ਕੇ ਆਏ ਹੋ, ਜੋ ਉਹਨਾਂ ਨੇ ਕਾਲਜ ਜਾਂ ਕੋਰਸ ਦੱਸੇ ਆ, ਉਹਦੇ ਤੋਂ ਘੇਰੇ ਤੋਂ ਬਾਹਰ ਨਿਕਲ ਕੇ ਤੁਸੀਂ ਕਾਲਜਾਂ ਨੂੰ ਖੁਦ ਵੀ ਈਮੇਲ ਪਾ ਕੇ ਪੁੱਛ ਸਕਦੇ ਹੋ ਕਿ ਆਹ ਮੇਰੀ ਪ੍ਰੋਫਾਈਲ ਆ, ਮੈਨੂੰ ਕਿਹੜੇ ਕੋਰਸ ਦੇ ਵਿੱਚ ਜਿਹੜਾ ਹੈਗਾ ਉਹ ਮਿਲ ਸਕਦਾ। ਸੋ ਉੱਥੋਂ ਆਪਣੀ ਜਿਹੜੀ ਸਹੀ ਡਿਸੀਜਨ ਮੇਕਿੰਗ ਆ ਉਹ ਸ਼ੁਰੂ ਕੀਤੀ ਜਾਵੇ। ਦੂਸਰਾ, ਜਿਹੜੀ ਇੱਕ ਬਹੁਤ ਗੰਭੀਰ ਸਮੱਸਿਆ ਸਾਡੀ ਕਮਿਊਨਿਟੀ ਦੀ, ਵਿਆਹਾਂ ਨੂੰ ਤੇ ਕੈਨੇਡਾ ਨੂੰ ਜੋੜ ਕੇ ਨਾ ਦੇਖਿਆ ਜਾਵੇ। ਇਹ ਆਉਂਦੇ ਸਮੇਂ ਦੇ ਵਿੱਚ ਜਿਹੜੀ ਸਮੱਸਿਆ ਬਹੁਤ ਘਾਤਕ ਬਣਦੀ ਜਾ ਰਹੀ ਹੈ, ਰਿਸ਼ਤਿਆਂ ਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਤਰੇੜਾਂ ਉਹ ਪੈ ਰਹੀਆਂ ਨੇ। ਇੱਥੇ ਆ ਕੇ ਜਿਹੜੀ ਆਪਾਂ ਪਹਿਲਾਂ ਬਜਟ ਦੀ ਗੱਲ ਕੀਤੀ, ਫਾਈਨੈਂਸਿਸ ਬਹੁਤ ਵੱਡੀ ਚੀਜ਼ ਆ, ਕਿਉਂਕਿ ਜਦੋਂ ਸਾਡੇ ਕੋਲ ਫੀਸ ਨਹੀਂ ਨਾ ਜੁੜੀ ਹੁੰਦੀ, ਉਹ ਨਾਲੇ ਤਾਂ ਸਾਨੂੰ ਇੱਥੇ ਮਾਨਸਿਕ ਪਰੇਸ਼ਾਨੀ ਦਿੰਦੀ ਹੈ, ਨਾਲੇ ਪਿੱਛੇ ਪਰਿਵਾਰ ਨੂੰ ਦਿੰਦੀ ਹੈ। ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਆ ਕਿ 1 ਸਾਲ ਦੀ ਬੱਚਾ ਫੀਸ ਭਰ ਕੇ ਆਉਂਦਾ, 10,000 ਉਹਦੇ ਕੋਲ GIC 'ਚ ਹੁੰਦਾ। ਜੇ ਉਹ ਆਉਣ ਸਾਰ ਕਿਤੇ ਕੰਮ ਤੇ ਲੱਗ ਜਾਂਦਾ, ਮੰਨ ਲਓ 2 ਮਹੀਨਿਆਂ 'ਚ ਵੀ ਉਹ ਕੰਮ ਤੇ ਲੱਗ ਜਾਂਦਾ, ਤਾਂ ਉਹ 10,000 ਜਾਂ 8,000 ਉਹ GIC 'ਚੋਂ ਬਚਾ ਕੇ ਅਗਲੀ ਫੀਸ ਜਿਹੜੀ ਕਾਫੀ ਹੱਦ ਤੱਕ ਉਹ ਭਰ ਸਕਦਾ। ਤਾਂ ਚੀਜ਼ਾਂ ਨੂੰ ਕੰਟਰੋਲ ਕਰਕੇ ਚੱਲੀਏ, ਇਹ ਨਾ ਸਮਝੀਏ ਵੀ ਜੇ 2 ਸਾਲਾਂ 'ਚ ਕੁਛ ਨਾ ਹੋਇਆ ਤਾਂ ਪਤਾ ਨਹੀਂ ਕੀ ਹੋ ਜੂ, ਹੈ ਨਾ। ਬਾਕੀ ਜਿਹੜੀ ਜਿਵੇਂ ਇਹਨਾਂ ਨੇ ਪਹਿਲਾਂ ਗੱਲ ਕੀਤੀ ਆ ਕਿ PR ਦੇ ਪਿੱਛੇ ਨਾ ਭੱਜੀਏ ਇਕੱਲਾ, ਅਸੀਂ ਇਹ ਸੋਚੀਏ ਵੀ ਅਸੀਂ ਇੱਥੇ ਬਣਨਾ ਕੀ ਆ। ਆਪਣਾ ਜਿਹੜਾ ਇਹ ਸੋਚ ਕੇ ਨਾ ਕੰਮ ਕਰੀਏ ਕਿ ਮੇਰਾ ਚਾਚਾ ਜੀ ਜਾਂ ਮੇਰੇ ਮਾਮਾ ਜੀ ਉਹ ਟਰੱਕ ਚਲਾਉਂਦੇ, ਮੈਂ ਵੀ ਟਰੱਕ ਹੀ ਚਲਾਉਣਾ, ਜਾਂ ਸਾਡੇ ਚਾਚਾ ਜੀ ਉਹਨਾਂ ਨੇ ਕੰਸਟਰਕਸ਼ਨ ਕੰਪਨੀ ਖੋਲ੍ਹੀ ਆ, ਮੈਂ ਵੀ ਕੰਸਟਰਕਸ਼ਨ ਕੰਪਨੀ ਖੋਲ੍ਹਣੀ ਆ। ਪੂਰਾ ਸਕਿੱਲ ਸੈੱਟ 'ਤੇ ਕੰਮ ਕਰੋ। ਜੇ ਤੁਹਾਨੂੰ ਅਖੀਰ ਨੂੰ ਜਾ ਕੇ ਉਹੀ ਚੀਜ਼ ਦੇ ਵਿੱਚ ਤੁਹਾਡੀ ਰੁਚੀ ਬਣਦੀ ਆ ਤਾਂ ਉਹਨੂੰ ਕਰੋ, ਪਰ ਇਸ ਲਈ ਨਾ ਕਰੋ ਕਿਉਂਕਿ ਮੇਰਾ ਦੋਸਤ ਜਾਂ ਮੇਰਾ ਰਿਸ਼ਤੇਦਾਰ ਉਹ ਕੰਮ ਕਰ ਰਿਹਾ ਸੀ। ਕਾਮਯਾਬੀ ਤੁਹਾਡੇ ਪਿੱਛੇ ਆਊਗੀ। ਬਿਲਕੁਲ ਠੀਕ। ਸੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਥੈਂਕ ਯੂ ਸੋ ਮਚ, ਤੁਸੀਂ ਸਮਾਂ ਕੱਢ ਕੇ ਟਾਈਮ ਦਿੱਤਾ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਅੰਤਰਰਾਸ਼ਟਰੀ ਵਿਦਿਆਰਥੀ, ਕਿਸੇ ਨੂੰ 2 ਸਾਲ ਹੋਇਆ, ਕਿਸੇ ਨੂੰ 5 ਸਾਲ, ਕਿਸੇ ਨੂੰ 6 ਸਾਲ। ਸੋ ਗੱਲ ਸਾਲਾਂ ਦੀ ਨਹੀਂ ਆ, ਗੱਲ ਆ ਕਿ ਇੱਥੇ ਤਜਰਬਾ ਜਿਹਦੇ ਕੋਲ ਜਿੰਨਾ ਵੀ ਉਹ 'ਚੋਂ ਸਿੱਖਦੇ ਕੀ ਆਪਾਂ, ਉਹਦੇ ਐਕਸਪੀਰੀਅੰਸ 'ਚੋਂ ਅਸੀਂ ਆਪਣੇ ਕੋਲ ਆਪਣੀ ਬੁੱਕਲ 'ਚ ਕੀ ਰੱਖਦੇ ਹਾਂ ਅਤੇ ਹੋਰ ਬਾਕੀਆਂ ਨੂੰ ਅੱਗੇ ਖੁਸ਼ੀ ਉਸ ਐਕਸਪੀਰੀਅੰਸ 'ਚੋਂ ਕੀ ਵੰਡਦੇ ਹਾਂ। ਸੋ ਇਹ ਇੱਕ ਸਾਂਝ ਬਣਾਈ, ਇੱਕ ਚੇਨ ਬਣਨੀ ਬਹੁਤ ਜ਼ਰੂਰੀ ਆ ਕਿ ਨਵਿਆਂ ਨੂੰ ਸਾਂਭਣਾ, ਨਵੇਂ ਆਇਆਂ ਨੂੰ ਬੁੱਕਲ 'ਚ ਲੈਣਾ, ਨਵੇਂ ਆਇਆਂ ਨੂੰ ਵਧੀਆ ਤਰੀਕੇ ਨਾਲ ਸਮਾਜ ਦੇ ਅਕੋਰਡਿੰਗਲੀ ਸੈਟਅਪ ਕਰਨਾ, ਤਾਂ ਕਿ ਜਿਹੜੀਆਂ ਕੋਈ 2-4 ਇੰਸੀਡੈਂਟਸ ਵੀ ਹੁੰਦੇ ਨੇ ਅਸੀਂ ਉਹਨਾਂ 'ਤੇ ਵੀ ਕਾਬੂ ਪਾ ਸਕੀਏ, ਇੱਕ ਵਧੀਆ ਤੋਂ ਵਧੀਆ ਹੋਰ ਵਧੀਆ ਸਮਾਜ ਸਿਰਜ ਸਕੀਏ। ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।